ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਣਾ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ। ਦਰਸ਼ਕੋ, ਪਿਛਲੇ ਦਿਨੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਫੈਸਲਾ ਲਿਆ ਗਿਆ ਪੰਜਾਬ ਨੂੰ ਖਾਸ ਮੁੱਖ ਰੱਖ ਕੇ ਕਿ ਜੋ BSF ਨੂੰ ਅਧਿਕਾਰ ਦਿੱਤੇ ਗਏ ਸੀ, ਉਹ ਅਧਿਕਾਰਾਂ ਦਾ ਜੋ ਉਹਨਾਂ ਦਾਇਰਾ ਸੀ 15 ਕਿਲੋਮੀਟਰ ਸੀ, ਵਧਾ ਕੇ 50 ਕਿਲੋਮੀਟਰ ਉਹ ਦਾਇਰਾ ਕਰ ਦਿੱਤਾ ਗਿਆ, ਜਿਹਨੂੰ ਲੈ ਕੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਸੈਂਟਰ ਸਰਕਾਰ ਵੀ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ। ਇਸ ਪੂਰੇ ਮਸਲੇ ਤੇ ਗੱਲਬਾਤ ਕਰਾਂਗੇ। ਇਸ ਪੂਰੇ ਮਸਲੇ ਨੂੰ ਸਮਝਾਂਗੇ, ਇਤਿਹਾਸ ਦੇ ਵਿੱਚ ਜਾ ਕੇ ਸਮਝਾਂਗੇ। ਕਾਂਗਰਸ ਜੋ ਅੱਜ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰ ਰਹੀ ਹੈ, ਇਸ ਦੇ ਪਿਛੋਕੜ ਬਾਰੇ ਵੀ ਗੱਲਬਾਤ ਕਰਾਂਗੇ। ਕੇਂਦਰ ਸਰਕਾਰ ਨੇ ਇਹ ਆਖਰ ਫੈਸਲਾ ਕਿਉਂ ਲਿਆ? ਇੱਕਦਮ ਇਹ ਫੈਸਲਾ ਅਚਾਨਕ ਕਿਉਂ ਕੇਂਦਰ ਸਰਕਾਰ ਨੂੰ ਫੈਸਲਾ ਲੈਣਾ ਪੈ ਗਿਆ? ਕਿ ਕਿਸਾਨੀ ਅੰਦੋਲਨ ਸੀ, ਕੀ ਪੰਜਾਬ ਦੀ ਸਿਆਸਤ ਸੀ, ਕੀ ਜਾਂ ਫਿਰ ਦੇਸ਼ ਪੱਧਰ ਦੇ ਉੱਤੇ ਕੋਈ ਹਾਲਾਤ ਬਣੇ ਹੋਏ ਸੀ? ਇਸੇ ਪੂਰੇ ਮਸਲੇ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਸਾਹਿਬ, ਜਿਵੇਂ ਤੁਸੀਂ ਜਾਣਦੇ ਹੋ ਕਿ ਲਗਾਤਾਰ ਜੋ ਉਹਨਾਂ ਦੀ ਸਿਆਸੀ ਸਮਝ ਤੇ ਸਿਆਸੀ ਸੂਝ ਹੈ ਇਹਨਾਂ ਮਸਲਿਆਂ ਦੇ ਉੱਤੇ, ਉਹ ਬੜੀ ਬਾਖੂਬੀ ਤਰੀਕੇ ਨਾਲ ਇਹ ਮਸਲੇ ਬਿਆਨ ਕਰਦੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਜੀ, ਸ਼ੁਕਰੀਆ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਅਚਾਨਕ ਕੇਂਦਰ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਫੈਸਲਾ ਲਿਆ ਜਾਂਦਾ, ਜੋ ਬਾਰਡਰ ਸਟੇਟ ਨੇ, ਜੋ ਸਰਹੱਦੀ ਖੇਤਰ ਨੇ, ਜੋ ਸਰਹੱਦੀ ਰਾਜ ਨੇ, ਜੋ ਉਹਨਾਂ ਨਾਲ ਸੰਬੰਧਿਤ ਇੱਕ ਫੈਸਲਾ ਲਿਆ ਜਾਂਦਾ। ਜੋ ਨੀਂਹ ਬਲ ਸੀ, ਫੌਜੀ ਜੋ ਨੀਂਹ ਬਲ ਸੀ, ਉਹਨਾਂ ਦੀ ਤਾਕਤਾਂ ਸੀ ਕਿ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹਨਾਂ ਦਾ ਰਿਐਕਟ ਸੀ, ਪ੍ਰਭਾਵ ਸੀ, ਉੱਥੋਂ ਪੁੱਛਗਿੱਛ ਕਰ ਸਕਦੇ ਸੀ, ਕੋਈ ਤਲਾਸ਼ੀ ਵਗੈਰਾ ਜੋ ਵੀ ਉਹਨਾਂ ਅਧਿਕਾਰ ਖੇਤਰ ਸੀ ਕਰ ਸਕਦੇ ਸੀ ਉਹਦੇ 'ਚ। ਤੇ ਹੁਣ ਅਧਿਕਾਰ ਖੇਤਰ ਦਾ ਦਾਇਰਾ ਵਧਾ ਕੇ, ਲਿਮਟ ਵਧਾ ਕੇ ਉਹ 50 ਕਿਲੋਮੀਟਰ ਕਰ ਦਿੱਤੀ ਗਈ ਹੈ। ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ, ਕੇਂਦਰ ਸਰਕਾਰ ਆਮੋ ਸਾਹਮਣੇ ਹੋ ਗਈ ਹੈ। ਤੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ। ਤੁਹਾਡੇ ਪੋਲੀਟੀਕਲ ਅਧਿਐਨ ਬਹੁਤ ਅੱਛਾ, ਤੁਸੀਂ ਬੜੇ ਬਾਖੂਬੀ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ। ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਬਰੀਫਲੀ ਤਰੀਕੇ ਨਾਲ ਦੱਸਿਓ ਕਿ ਪੂਰਾ ਇਹ ਮਾਮਲਾ ਹੈ ਕੀ? ਦੇਖੋ ਭੰਗੂ ਸਾਹਿਬ, ਇਹਦੇ ਕਈ ਪੱਖ ਨੇ ਜੀ। ਜਦੋਂ ਵੀ ਆਪਾਂ ਇਹਦਾ ਐਨਾਲਿਸਿਸ ਕਰਨਾ, ਪੜਚੋਲ ਕਰਨੀ ਹੈ, ਤਾਂ ਸਾਨੂੰ ਕਈ ਪੱਖਾਂ ਤੋਂ ਕਰਨੀ ਪਊਗੀ। ਸਿੱਧਾ ਇੱਕ ਗੱਲ ਨੂੰ ਨਾ ਲਈਏ। ਜਿਹਨੂੰ ਅਸੀਂ ਘੁਸਪੈਠ ਕਹਿੰਦੇ ਹਾਂ, ਇਨਸਰਜੈਂਸੀ ਕਹਿੰਦੇ ਹਾਂ ਜੀ, ਕਿ ਜਦੋਂ ਬਾਹਰੋਂ ਸਾਡੇ ਕੁਛ ਟ੍ਰੇਨਡ ਅੱਤਵਾਦੀ ਕਹਿ ਲਓ, ਉਹਨਾਂ ਨੂੰ ਘੁਸਪੈਠੀਏ ਕਹਿ ਲਓ, ਕਿ ਪਾਕਿਸਤਾਨ ਵੱਲੋਂ ਟ੍ਰੇਨਡ ਕਰਕੇ ਅਸੀਂ ਸਮਝਦੇ ਹਾਂ ਕਿ ਇੱਧਰ ਭੇਜੇ ਜਾਂਦੇ ਨੇ। ਇੱਕ ਦੋਸ਼ ਇਹ ਲੱਗਦਾ ਹੈ। ਦੂਜਾ ਦੋਸ਼ ਇਹ ਲੱਗਦਾ ਹੈ ਕਿ ਪਾਕਿਸਤਾਨ ਵੱਲੋਂ ਟ੍ਰੇਨਡ ਬੰਦਿਆਂ ਰਾਹੀਂ ਇੱਧਰਲੇ ਪਾਸੇ ਸਾਡੇ ਨਸ਼ਾ ਸਪਲਾਈ ਕੀਤਾ ਜਾਂਦਾ ਹੈ ਜੀ। ਸੋ ਇਹ ਜਿਹੜੀ ਗੱਲ ਹੈ, ਇਸ ਦੇ ਵਿੱਚ ਸਿੱਧੀ ਗੱਲ ਇਹ ਹੈ ਕਿ ਜਦੋਂ ਇਹ ਫੈਸਲਾ ਜਿਸ ਸਮੇਂ ਲਿਆ ਗਿਆ, ਉਹ ਸਮਾਂ ਆਪਦੇ ਆਪ 'ਚ ਮਹੱਤਵਪੂਰਨ ਹੈ। ਬੜੇ ਥੋੜੇ ਸਮੇਂ ਦੇ ਵਿੱਚ ਜੀ ਇੱਥੇ ਇਲੈਕਸ਼ਨ ਹੋਣ ਜਾ ਰਹੀ ਹੈ। ਇਸ ਸਮੇਂ ਦੇ ਦੌਰਾਨ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿ ਜਿਹਦੇ ਵਿੱਚ ਅਸੀਂ ਦੇਖੀਏ ਕਿ ਪਿਛਲੇ 2 ਮਹੀਨਿਆਂ 'ਚ, 4 ਮਹੀਨਿਆਂ 'ਚ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਨਸ਼ਾ ਪਕੜਿਆ ਗਿਆ। ਇੱਕ ਦੂਸਰਾ, ਬਹੁਤ ਵੱਡੀ ਪੱਧਰ ਤੇ ਕੋਈ ਘੁਸਪੈਠੀਏ ਪਕੜੇ ਗਏ ਜੀ, ਸਿਰਫ ਤੇ ਸਿਰਫ ਇਹ ਦਿਖਾ ਕੇ ਕਿ ਇੱਕ ਬੰਦਾ ਦਿੱਲੀ ਪਕੜਿਆ ਗਿਆ। ਉਹਦੇ ਬਾਰੇ ਕੋਈ ਸਬੂਤ ਨਹੀਂ ਕਿ ਉਹ ਪੰਜਾਬ ਦੇ ਰਾਹੀਂ ਆਇਆ, ਕਿਸੇ ਹੋਰ ਰਸਤੇ ਆਇਆ, ਕਿਵੇਂ ਆਇਆ। ਉਹਦੀ ਅਜੇ ਜਿਹੜੀ ਖੋਜ ਹੈ, ਉਹਦੇ ਵਿੱਚ ਏਦਾਂ ਦੇ ਕੋਈ ਤੱਥ ਉੱਭਰ ਕੇ ਸਾਹਮਣੇ ਨਹੀਂ ਆਏ। ਫੇਰ ਕੀ ਹੈ ਕਿ ਕੁਛ ਇੱਕ ਟੈਰਰਿਸਟ J&K 'ਚ ਮਾਰੇ ਜਾਂਦੇ ਨੇ, ਤੇ J&K ਦੇ ਵਿੱਚ ਵੱਡੀ ਪੱਧਰ ਤੇ ਤਲਾਸ਼ੀ ਲਈ ਜਾਂਦੀ ਹੈ। ਤੁਰੰਤ ਸਮਝਿਆ ਇਹ ਜਾਂਦਾ ਹੈ ਕਿ ਉਹਦੇ ਨਾਲ ਜੋੜ ਕੇ ਸਰਕਾਰ ਨੇ ਇਹ ਦਿਖਾਤਾ ਕਿ ਮੁਲਕ ਨੂੰ ਵੱਡਾ ਖਤਰਾ ਹੈ ਤੇ ਅਸੀਂ ਇਹ ਫੈਸਲਾ ਲੈਣ ਜਾ ਰਹੇ ਹਾਂ। ਕੁਦਰਤੀ ਕੀ ਹੋਇਆ, ਕਿਉਂਕਿ ਜਿਹੜੇ ਵੀ ਸੰਕੇਤ ਨੇ, ਉਹਨਾਂ ਨੂੰ ਜਦੋਂ ਇਹਦੇ ਨਾਲ ਜੋੜ ਕੇ ਦੇਖਦੇ ਆ, ਉਹਦੇ ਕੋਈ ਅਰਥ ਨਿਕਲਦੇ ਨੇ, ਤਾਂ ਕੋਸ਼ਿਸ਼ ਕਰਦੇ ਆਪਾਂ ਵੀ ਅਰਥ ਕੱਢਣ ਦੇ। ਕੁਛ ਦਿਨ ਪਹਿਲਾਂ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਗਿਆ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਾਹਰ ਆਊਟ ਹੁੰਦੇ ਨੇ, ਰਿਜ਼ਾਈਨ ਕਰਦੇ ਨੇ, ਕੈਪਟਨ ਅਮਰਿੰਦਰ ਸਿੰਘ, ਉਹ ਜਾ ਕੇ ਕੇਂਦਰ ਦੇ ਗ੍ਰਹਿ ਮੰਤਰੀ ਨੂੰ ਮਿਲਦੇ ਨੇ ਰਿਜ਼ਾਈਨ ਕਰਨ ਤੋਂ ਬਾਅਦ, ਜਿਹਦੇ ਵਿੱਚੋਂ ਆਮ ਲੋਕਾਂ ਨੇ ਇਹ ਸਮਝਿਆ, ਪੋਲੀਟਿਕਸ ਦੇ ਜਿਹੜੇ ਅਧਿਐਨ ਕਰਤਾ ਨੇ, ਉਹਨਾਂ ਨੇ ਇਹ ਸਮਝਿਆ ਵੀ ਸ਼ਾਇਦ ਇਹ BJP ਦੇ ਵਿੱਚ ਜਾਣ, ਜੁਆਇਨ ਕਰਨ, ਵੱਖਰੀ ਪਾਰਟੀ ਬਣਾਉਣ, ਜਾਂ ਕੋਈ ਉਹਦੇ ਨਾਲ ਤਾਲਮੇਲ ਕਰਕੇ ਨਵੀਂ ਰਣਨੀਤੀ ਘੜਨ ਦੀ ਯੋਜਨਾਬੰਦੀ ਹੋ ਸਕਦੀ ਹੈ, ਪਲੈਨਿੰਗ ਹੋ ਸਕਦੀ ਹੈ। ਪਰੰਤੂ
ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਅਜੀਤ ਡੋਵਾਲ ਜਿਹੜੇ ਸਾਡੇ ਰੱਖਿਆ ਸਲਾਹਕਾਰ ਨੇ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ, ਉਹਨਾਂ ਨੂੰ ਮਿਲਣਾ ਇਹ ਆਪਣੇ ਆਪ 'ਚ ਕੁਛ ਸ਼ੰਕੀ ਪੈਦਾ ਕਰਦਾ ਹੈ। ਤਾਂ ਉਹਦੇ ਨਾਲ ਇਹਨੂੰ ਜੋੜ ਕੇ ਦੇਖਣਾ ਬਣਦਾ ਹੈ। ਹੁਣ ਇਹਦੇ ਵਿੱਚੋਂ ਅਰਥ ਇਹ ਕੱਢੇ ਜਾਂਦੇ ਨੇ ਕਿ ਕੀ ਟੇਢੇ ਢੰਗ ਨਾਲ ਬੀਜੇਪੀ ਇਸ ਸਟੇਟ ਵਿੱਚ ਦਖਲ ਦੇ ਰਹੀ ਹੈ, ਸਟੇਟ ਨੂੰ ਕਮਜ਼ੋਰ ਕਰ ਰਹੀ ਹੈ, ਜਾਂ ਇਹ ਕਹਿ ਲਓ ਕਿ ਸੈਂਟਰ ਕੋਲ ਜ਼ਿਆਦਾ ਪਾਵਰਾਂ ਲੈ ਕੇ ਜਾ ਰਹੀ ਹੈ। ਜ਼ਰੂਰ ਇਹਦਾ ਅਰਥ ਇਸ ਤਰ੍ਹਾਂ ਨਿਕਲੇਗਾ, ਕਿਉਂਕਿ ਜੇਕਰ ਇਹ ਮਸਲਾ ਦੋ ਤਰ੍ਹਾਂ ਇਹਦੇ ਹੱਲ ਹੋ ਸਕਦੇ ਸੀ। ਜੇ ਕੇਂਦਰ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਕੋਲ ਕੋਈ ਇਨਪੁਟਸ ਨੇ, ਉਹਨਾਂ ਕੋਲ ਕੋਈ ਸੂਚਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹਾਲੇ ਵਾਪਰੀਆਂ ਤਾਂ ਹੈ ਨਹੀਂ, ਮੰਨ ਲਓ ਆਪਾਂ ਇਹ ਮੰਨੀਏ ਕਿ ਉਹਨਾਂ ਕੋਲ ਕੋਈ ਸੂਚਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਨਸਰਜੈਂਸੀ ਹੈ ਜਾਂ ਘੁਸਪੈਠ ਹੈ ਜਾਂ ਬਾਹਰੋਂ ਟ੍ਰੇਨਡ ਵਿਅਕਤੀ ਇੱਧਰ ਵੜ ਕੇ ਸਾਡੇ ਮੁਲਕ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਨੇ, ਤਦ ਬਣਦਾ ਇਹ ਹੈ ਕਿ ਉਹ ਇਹ ਸਾਰੀ ਗੱਲ ਪਾਰਲੀਮੈਂਟ ਦੇ ਸਾਹਮਣੇ ਰੱਖਣ, ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਵੇ, ਪਾਰਲੀਮੈਂਟ ਦੇ ਸੈਸ਼ਨ 'ਚ ਇਹ ਤੇ ਡਿਸਕਸ਼ਨ ਹੁੰਦੀ ਤੇ ਉਹਦੇ ਵਿੱਚ ਵਿਰੋਧੀ ਪਾਰਟੀਆਂ, ਮੈਨੂੰ ਇਹ ਲੱਗਦਾ ਜੇ ਇਹ ਗੱਲ ਸੱਚੀ ਹੁੰਦੀ ਤਾਂ ਵਿਰੋਧੀ ਪਾਰਟੀਆਂ ਦੇ ਉੱਤੇ ਵੀ ਪ੍ਰੈਸ਼ਰ ਆਉਣਾ ਸੀ। ਦੇਸ਼ ਦੇ ਖਿਲਾਫ ਕੋਈ ਵੀ ਵਿਰੋਧੀ ਪਾਰਟੀ ਵੀ ਨਹੀਂ ਜਾ ਸਕਦੀ। ਉਹਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ, ਵਿਰੋਧੀ ਧਿਰਾਂ ਦੇ ਨਾਲ ਸਹਿਮਤੀ ਬਣਾ ਕੇ ਜੇਕਰ ਕੋਈ ਏਦਾਂ ਦਾ ਫੈਸਲਾ ਲਿਆ ਜਾਂਦਾ, ਉਹ ਦੇਸ਼ ਦੇ ਵੀ ਹਿੱਤ ਵਿੱਚ ਹੁੰਦਾ, ਉਹ ਸਟੇਟ ਦੇ ਵੀ ਹਿੱਤ ਵਿੱਚ ਹੁੰਦਾ ਤੇ ਆਮ ਪਬਲਿਕ ਦੇ ਵੀ ਹਿੱਤ ਵਿੱਚ ਹੋਣਾ ਸੀ। ਹੁਣ ਇਹ ਬਿਨਾਂ ਦੱਸੇ ਕਿ ਇਸ ਤਰ੍ਹਾਂ ਦਾ ਕੋਈ ਖਤਰਾ ਹੈ, ਸਰਕਾਰ ਕੋਲ ਕੋਈ ਇਨਪੁਟ ਹੈ, ਮੈਨੂੰ ਇਹ ਲੱਗ ਰਿਹਾ ਹੈ ਕਿ ਇਹਦੇ ਵਿੱਚ ਇਹਦੇ ਅਰਥ ਇਹ ਵੀ ਨਿਕਲਣਗੇ ਕਿ ਜਿਸ ਕਿਸਮ ਨਾਲ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ, ਤੇ ਇੱਕ ਤੇ ਉਹਨੂੰ ਸਾਈਡ ਲਾਈਨ ਕਰਨ ਲਈ ਕਿ ਉਹ ਮੁੱਦਾ ਆਪਣੇ ਆਪ ਬੈਕ ਤੇ ਚਲਾ ਜਾਏਗਾ ਤੇ ਫਰੰਟ ਤੇ ਇਹ ਮੁੱਦਾ ਉਸ ਤੋਂ ਵੱਡਾ ਹੋ ਜਾਏਗਾ। ਇੱਕ ਗੱਲ। ਦੂਸਰਾ ਇਹ ਹੈ ਕਿ ਕਿਸਾਨਾਂ ਦੇ ਲਈ ਇੱਕ ਨਵੀਂ ਸਮੱਸਿਆ ਖੜੀ ਹੋ ਜਾਏਗੀ ਜੀ। ਤੁਸੀਂ ਸ਼ਾਇਦ ਬਾਰਡਰ ਤੇ, ਮੈਨੂੰ ਨਹੀਂ ਪਤਾ ਤੁਹਾਡਾ ਕਿਆ ਤਜਰਬਾ ਕਹਿੰਦਾ ਹੈ, ਹੁਣ ਵੀ ਜਿੱਥੇ ਆਪਣੀ ਕੰਡਿਆਲੀ ਤਾਰ ਲੱਗੀ ਹੋਈ ਹੈ, ਕੰਡਿਆਲੀ ਤਾਰ ਦੇ ਪਰਲੇ ਪਾਰ ਵੀ, ਉਹ ਤਾਂ ਜਿੱਥੇ ਸਟ੍ਰੈਟਜੀਕਲੀ ਰਣਨੀਤੀ ਅਨੁਸਾਰ ਸਾਨੂੰ ਲੱਗਿਆ ਨਾ ਕਿ ਇੱਥੇ ਕੰਡਿਆਲੀ ਤਾਰ ਲਾ ਲਓ, ਉਹ ਲਗਾ ਦਿੱਤੀ ਗਈ, ਪਰ ਕੰਡਿਆਲੀ ਤਾਰ ਦੇ ਪਰਲੇ ਪਾਰ ਵੀ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਕਿਸਾਨਾਂ ਦੇ ਖੇਤ ਅੱਜ ਵੀ ਨੇ, ਖੇਤੀ ਕਰਦੇ ਨੇ, ਉੱਥੇ ਉਹ ਖੇਤੀ ਕਰਦੇ ਨੇ। ਤੇ ਪਰ ਜਿਹੜੇ ਉਹ ਕੰਡਿਆਲੀ ਤਾਰ ਦੇ ਪਰਲੇ ਪਾਰ ਜਾਂਦੇ ਨੇ, ਉਹਨਾਂ ਨੂੰ ਪਰਮਿਟ ਲੈ ਕੇ ਜਾਣਾ ਪੈਂਦਾ, ਪਰਮਿਟ ਲੈ ਕੇ ਜਾਣਾ। ਇੱਕ ਫੌਜੀ ਵੀ ਨਾਲ ਜਾਂਦਾ, ਉਹਨਾਂ ਦੇ ਫੌਜੀ ਉਹਨਾਂ ਦੇ ਨਾਲ ਜਾਂਦਾ ਹੈ, ਤੇ ਉਹਨਾਂ ਨੂੰ ਮੈਕਸਿਮਮ ਟਾਈਮ 4 ਵਜੇ ਆਪਣੇ ਵਾਪਸ ਆਉਣਾ ਪੈਂਦਾ ਹੈ। ਤੇ ਰੋਜ਼ ਉਹਨਾਂ ਦਾ ਦਰਜ ਹੁੰਦਾ ਹੈ ਕਿ ਕਿੰਨੇ ਬੰਦੇ, ਚਾਹੇ ਉਹ ਦਿਹਾੜੀਏ ਵੀ ਲੈ ਕੇ ਜਾਣ, ਜੇ ਉਹਨੇ ਲੀਵਰ ਵੀ ਲੈ ਕੇ ਜਾਣੀ ਹੈ, ਲੀਵਰ ਦਾ ਵੀ ਪਰਮਿਟ ਜਾਂਦਾ ਹੈ। ਤੇ ਉਹ ਜਦੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦਾ ਰਿਕਾਰਡ ਰੱਖਿਆ ਜਾਂਦਾ ਕਿ ਇੰਨੇ ਬੰਦੇ ਵਾਪਸ ਗਏ ਸੀ, ਉਹਨਾਂ ਦੀ ਆਇਡੈਂਟੀਫਿਕੇਸ਼ਨ ਕੀ ਉਹ ਬਾਹਰ ਆ ਗਏ। ਤੇ ਉਹ ਇੱਕ ਦਰਵਾਜ਼ੇ ਰਾਹੀਂ ਪਰਲੇ ਪਾਰ ਜਾਂਦੇ ਨੇ, ਉਸੇ ਦਰਵਾਜ਼ੇ ਰਾਹੀਂ ਵਾਪਸ ਆਉਂਦੇ ਨੇ, ਤੇ ਉਸ ਤੇ ਕਰੜੀ ਅੱਖ ਰੱਖੀ ਜਾਂਦੀ ਹੈ ਕਿ ਕੀ ਇਹ ਕੋਈ ਗੈਰ ਸੰਵਿਧਾਨਕ ਜਾਂ ਗੈਰ ਕਾਨੂੰਨੀ ਚੀਜ਼ ਤਾਂ ਨਹੀਂ ਨਾਲ ਲੈ ਕੇ ਆਉਂਦੇ। ਤੇ ਦੂਸਰਾ ਜਿਹੜੀ ਗੱਲ ਤੁਸੀਂ ਜਾਣਦੇ ਹੋ ਕਿ ਫੌਜੀ ਉਹਨਾਂ ਤੇ ਅੱਖ ਰੱਖਦਾ ਤਾਂ ਕਿ ਉਹਨਾਂ ਨੂੰ ਕੋਈ ਪਰਲੇ ਪਾਰ ਦਾ ਵਿਅਕਤੀ ਮਿਲੇ ਨਾ। ਬਿਲਕੁਲ। ਸੋ ਚਾਹੀਦਾ ਇਹ ਸੀ ਕਿ ਜੇ ਲੱਗਦਾ ਹੈ ਇਹ 'ਚ, ਉਸ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਹੋਰ ਸਖਤੀ ਕਰ ਲੈਂਦੇ। ਹੁਣ ਇਹ ਸਾਰਾ ਕੁਝ ਕਰਨ ਦੇ ਨਾਲ ਇਹਦੇ ਅਰਥ ਇਹ ਨਿਕਲ ਗਏ, ਕਿਉਂਕਿ ਬੀਜੇਪੀ ਨੇ ਇੱਕ ਏਜੰਡਾ ਰੱਖਿਆ ਹੋਇਆ ਹੈ। ਉਹ ਏਜੰਡਾ ਇਹਨਾਂ ਨੇ ਜਿਹੜਾ ਇਹ ਬਣਾਇਆ ਹੋਇਆ ਹੈ ਕਿ ਸਿਰਫ ਤੇ ਸਿਰਫ ਬੀਜੇਪੀ ਹੀ ਦੇਸ਼ ਭਗਤ ਹੈ, ਤੇ ਜਿਹੜਾ ਬਾਹਰੋਂ ਦੇਸ਼ ਨੂੰ ਖਤਰਾ ਹੈ ਉਹਦੇ ਲਈ ਨਜਿੱਠਣ ਲਈ ਅਸੀਂ ਬਹੁਤ ਕੁਝ ਕਰਦੇ ਹਾਂ। ਉਹਦੇ ਵਿੱਚ ਭਾਵੇਂ ਸਿੱਧਾ ਦੋਸ਼ ਲੱਗੇ, ਭਾਵੇਂ ਸਬੂਤ ਆਏ ਨੇ ਕੋਈ ਸਾਹਮਣੇ, ਥੋੜੇ ਬਹੁਤੇ ਆਏ ਨੇ, ਥੋੜੇ ਬਹੁਤੇ ਨਹੀਂ ਆਏ, ਪਰ ਪੂਰੀ ਜਾਂਚ ਤੋਂ ਕੇਂਦਰ ਸਰਕਾਰ ਕੰਨੀ ਕਤਰਾਉਂਦੀ ਦਿਸ ਰਹੀ ਹੈ। ਜਿਹੜਾ ਪੁਲਵਾਮਾ ਦੇ ਵਿੱਚ ਹਮਲਾ ਹੋਇਆ, ਉਹਦਾ ਰਾਜਨੀਤਿਕ ਤੌਰ ਤੇ ਵੱਡਾ ਫਾਇਦਾ ਲਿਆ ਉਹ ਚੋਂ ਦਵਿੰਦਰ ਸਿੰਘ ਦਾ ਜਿਹੜਾ
ਜਿਹੜਾ ਪੁਲਿਸ ਆਫੀਸਰ ਸੀ ਫੜਿਆ ਗਿਆ J&K ਦਾ, ਉਹਦਾ ਹਾਲੇ ਤੱਕ ਉਹ ਤੇ ਕੁਝ ਕਿੰਤੂ ਪਰੰਤੂ ਨੇ ਕਿ ਉਹ ਕਿਵੇਂ ਬਾਹਰ ਆ ਗਿਆ, ਉਹਦੀ ਜ਼ਮਾਨਤ ਕਿਵੇਂ ਹੋਈ, ਜਾਂ ਉਹਦੀ ਜਾਂਚ ਕਿੱਧਰ ਨੂੰ ਗਈ, ਕੀ ਹੋਇਆ ਉਹਦੀ ਜਾਂਚ ਦਾ। ਉਹਦੇ ਵਿੱਚ ਬਹੁਤ ਟਰਾਂਸਪੇਰੈਂਸੀ ਹੈ ਜਿਹੜੀ ਉਹ ਨਹੀਂ ਹੈ, ਪਾਰਦਰਸ਼ਤਾ ਨਹੀਂ ਹੈ। ਬਿਲਕੁਲ। ਸੋ ਇਹਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ, ਮੈਨੂੰ ਇਹ ਲੱਗਦਾ ਕਿ ਕਰਤਾ ਲਿਆ ਸਰਕਾਰ ਨੇ, ਲੇਕਿਨ ਇਹ ਐਸ ਸਮੇਂ ਕਰਿਆ ਕਿ ਜਦੋਂ ਇੱਕ ਤਾਂ ਇਲੈਕਸ਼ਨ ਸਿਰ ਤੇ ਹੈ, ਦੂਸਰਾ ਜੇਕਰ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਪੁਲਵਾਮਾ ਵਰਗੀ ਇਸ ਸਮੇਂ 'ਚ ਤੇ ਇਸ ਖੇਤਰ 'ਚ, ਉਹਦੇ ਉਹੀ ਅਰਥ ਨਿਕਲਣਗੇ। ਫੇਰ ਬੀਜੇਪੀ ਉਹਨੂੰ ਵਰਤਣ ਦਾ ਕੋਸ਼ਿਸ਼ ਕਰੇਗੀ, ਪਰੰਤੂ ਦੂਜੀਆਂ ਪਾਰਟੀਆਂ ਬਿਲਕੁਲ ਉਹਨੂੰ ਕਹਿਣਗੀਆਂ ਕਿ ਜਾਣਬੁੱਝ ਕੇ ਕਰਵਾਈ ਗਈ ਘਟਨਾ ਹੈ, ਏਦਾਂ ਦੇ ਦੋਸ਼ ਲੱਗਣਗੇ। ਕਿਉਂ ਇਹ ਦੋਸ਼ ਇਸ ਕਰਕੇ ਲੱਗਣਗੇ ਕਿ ਸਾਰੀਆਂ ਪਾਰਟੀਆਂ ਨੇ ਇਹ ਪਹਿਲਾਂ ਹੀ ਆਪਣੇ ਖਦਸ਼ੇ ਪੈਦਾ ਕਰ ਦੇਣੇ ਨੇ, ਜ਼ਾਹਰ ਕਰ ਦੇਣੇ ਨੇ ਪਬਲਿਕ ਦੇ ਵਿੱਚ ਕਿ ਸਾਨੂੰ ਪੱਕਾ ਯਕੀਨ ਹੈ ਕਿ ਬੀਜੇਪੀ ਇਸ ਦੇ ਤਹਿਤ ਆ ਕੁਛ ਕਰੇਗੀ। ਤੇ ਫਿਰ ਜੇ ਉਦਾਂ ਵਾਪਰ ਜਾਂਦਾ ਤੇ ਕੁਦਰਤੀ ਇਸ ਵਾਰ ਇਹ ਮੈਂ ਇਹ ਕਹੂੰਗਾ ਕਿ ਦੋ ਧਾਰੀ ਤਲਵਾਰ ਹੈ। ਜੇ ਕੋਈ ਘਟਨਾ ਇਦਾਂ ਦੀ ਵਾਪਰ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਹੈਗਾ ਕਿ ਬੀਜੇਪੀ ਨੂੰ ਇਹਦਾ ਫਾਇਦਾ ਹੋਵੇ, ਪੁੱਠੀ ਵੀ ਪੈ ਸਕਦੀ, ਇਹਦਾ ਨੁਕਸਾਨ ਵੀ ਹੋ ਸਕਦਾ ਹੈ। ਇੱਕ ਦੂਸਰਾ, ਇਸ ਤੇ ਪੰਜਾਬ ਸਰਕਾਰ ਦਾ ਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦਾ ਤਿੱਖਾ ਰਿਐਕਸ਼ਨ ਆਏਗਾ, ਈਵਨ ਕਾਂਗਰਸ ਦਾ ਵੀ ਇਹ ਸਟੇਟ ਦੇ ਮਸਲਿਆਂ ਦੇ ਵਿੱਚ ਦਖਲ ਹੈ। ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ, ਚਾਹੀਦਾ ਤਾਂ ਇਹ ਸੀ ਪਾਰਲੀਮੈਂਟ 'ਚ ਡਿਸਕਸ ਕਰਨ ਉਪਰੰਤ ਇਹਨੂੰ ਸਟੇਟ ਨੂੰ ਭਰੋਸੇ 'ਚ ਲੈ ਕੇ ਇਹ ਕੰਮ ਕਰਨਾ ਚਾਹੀਦਾ ਸੀ। ਬਲਕਿ ਮੈਂ ਤਾਂ ਇਹ ਕਹੂੰਗਾ ਕਿ ਜਿਹੜੀਆਂ ਸਟੇਟਾਂ ਦੇ ਬਾਰਡਰ ਦੇ ਵਿੱਚ ਦਖਲ ਦੇਣਾ ਹੈ, ਚਾਹੀਦਾ ਇਹਨਾਂ ਨੂੰ ਇਹ ਹੈ ਕਿ ਆਪਣੇ ਆਪ ਇਹ ਸਰਟੀਫਿਕੇਟ ਦੇ ਦੇਣਾ ਕਿ ਜਿਹੜੀਆਂ ਇਹ ਪਾਰਟੀਆਂ ਨੇ ਇਹ ਰਾਸ਼ਟਰੀ ਹਿੱਤ ਦਾ ਕੰਮ ਨਹੀਂ ਕਰਦੀਆਂ, ਇਦਾਂ ਦੀ ਕੋਈ ਗੱਲ ਨਹੀਂ। ਚਾਹੀਦਾ ਤਾਂ ਇਹ ਸੀ ਕਿ ਸਟੇਟ ਦੀਆਂ ਇਹਨਾਂ ਪਾਰਟੀਆਂ ਨੂੰ ਭਰੋਸੇ 'ਚ ਲੈ ਕੇ ਇਹਨਾਂ ਦੀ ਅਗਵਾਈ 'ਚ ਚਲਾਉਣਾ ਚਾਹੀਦਾ ਇਦਾਂ ਦਾ ਆਪਰੇਸ਼ਨ। BSF ਨੂੰ ਕਿਸੇ ਰੂਪ 'ਚ ਪੰਜਾਬ ਪੁਲਿਸ ਨਾਲ ਰਲ ਕੇ, ਉਹਨਾਂ ਦੀ ਕਮਾਂਡ ਕੌਣ ਕਰੇਗਾ ਵੱਖਰਾ ਇਸ਼ੂ ਹੈ, ਪਰ ਸਟੇਟ ਦਾ ਗ੍ਰਹਿ ਮੰਤਰੀ ਜ਼ਰੂਰ ਇਨਵੋਲਵ ਹੋਣਾ ਚਾਹੀਦਾ ਉਹਦੇ ਵਿੱਚ। ਤਾਂ ਹੀ ਇਹ ਦੋ ਚੀਜ਼ਾਂ ਨੇ ਜਿਹੜੀਆਂ ਕਿ ਹੁਣ ਇਹਦੇ ਵਿੱਚ ਤਲਾਸ਼ੀ ਉਹ ਜਿਹਦੀ ਮਰਜ਼ੀ ਲੈ ਸਕਦੇ ਨੇ, ਜੋ ਮਰਜ਼ੀ, ਜਿਹੜਾ ਹੋਰ ਕਿਸਮ ਦਾ ਕ੍ਰਾਈਮ ਹੋਊਗਾ ਉਹਦੇ ਤੇ ਕੌਣ ਕਰੂਗਾ? ਉਹ ਤਾਂ ਪੰਜਾਬ ਪੁਲਿਸ ਕਰੇਗੀ ਨਾ। ਕਾਰਵਾਈ ਤਾਂ ਸ਼ੱਕ ਦੇ ਆਧਾਰ ਤੇ ਹੋਣੀ ਹੈ ਨਾ, ਸ਼ੱਕ ਦੇ ਆਧਾਰ ਤੇ ਕਾਰਵਾਈ ਹੋਣੀ ਹੈ, ਮੈਂ ਸਹਿਮਤ ਹਾਂ। ਪਰ ਮੰਨ ਲਓ ਉੱਥੇ ਕੋਈ ਲੜਾਈ ਹੋ ਜਾਂਦੀ ਹੈ, ਉੱਥੇ ਕੋਈ ਦੰਗਾ ਹੋ ਜਾਂਦਾ ਹੈ, ਉੱਥੇ ਕੋਈ ਕਤਲ ਹੋ ਜਾਂਦਾ ਹੈ, ਉੱਥੇ ਕੋਈ ਦੋ ਪਾਰਟੀਆਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਹੈ, ਉੱਥੇ ਕਿਸੇ ਮਕਾਨ ਦੇ ਕਬਜ਼ੇ ਦਾ ਝਗੜਾ ਹੋ ਜਾਂਦਾ ਹੈ, ਉਹਦੇ ਵਿੱਚ ਤਾਂ ਪੰਜਾਬ ਪੁਲਿਸ ਦਖਲ ਦੇਊਗੀ ਨਾ। ਬਿਲਕੁਲ। ਮਤਲਬ ਇਸ ਕਰਕੇ ਇਹਦੇ ਨਾਲ ਦੋਨੇ ਜਿਹੜੀਆਂ ਪੁਲਿਸ ਫੋਰਸਸ ਨੇ, BSF ਤੇ ਪੰਜਾਬ ਪੁਲਿਸ 'ਚ ਇੱਥੇ ਮੌਕੇ ਮਿਲਣਗੇ ਕਿ ਇਹਨਾਂ ਦਾ ਆਪਸੀ ਕਲੈਸ਼ ਨਾ ਹੋ ਜਾਵੇ। ਉਸ ਕਲੈਸ਼ ਨੂੰ ਟਾਲਣ ਲਈ ਚੰਗਾ ਹੁੰਦਾ ਹੈ ਕਿ ਜੇ ਦੋਨੇ ਫੋਰਸਾਂ ਦੇ ਵਿੱਚ ਤਾਲਮੇਲ ਬਿਠਾਇਆ ਜਾਵੇ। ਉਹ ਤਾਲਮੇਲ ਤਾਂ ਬਿਠਾਇਆ ਜਾ ਸਕਦਾ ਹੈ ਜੇਕਰ ਤੁਸੀਂ ਸਟੇਟ ਦੇ ਗ੍ਰਹਿ ਮੰਤਰੀ ਨੂੰ ਉਦਾਂ ਦੀਆਂ ਪਾਵਰਾਂ ਦਿਓ ਕਿ ਕੋਆਰਡੀਨੇਸ਼ਨ ਤੇਰੇ ਨਾਲ ਚੱਲੇਗੀ, ਤੇ ਸਟੇਟ ਦਾ ਗ੍ਰਹਿ ਮੰਤਰੀ ਹੈ ਜਿੱਥੇ ਉਹਨੂੰ ਲੱਗਦਾ ਹੈ ਕੋਈ ਏਦਾਂ ਦੀ ਸ਼ੰਕਾ, ਉਹ ਤੁਰੰਤ ਸੈਂਟਰ ਸਰਕਾਰ ਨੂੰ ਮਤਲਬ ਸੂਚਨਾ ਦੇਵੇ, ਤੇ ਸੂਚਨਾ ਦੇ ਕੇ ਦੋਨੇ ਜਿਹੜੀਆਂ ਪੈਰਾਮਿਲਟਰੀ ਫੋਰਸਸ ਨੇ, ਪੰਜਾਬ ਪੁਲਿਸ ਤੇ BSF, ਦੋਨੇ ਰਲ ਕੇ ਆਪਰੇਸ਼ਨ ਕੰਡਕਟ ਕਰਨ। ਮੇਰੇ ਖਿਆਲ ਮੁਤਾਬਕ ਇਹ ਜ਼ਿਆਦਾ ਬਿਹਤਰ ਹੁੰਦਾ। ਪਰੰਤੂ BJP ਨੇ ਜਿਹੜਾ ਕੁਝ, BJP ਦੀ ਸਰਕਾਰ ਨੇ ਜਾਂ ਕੇਂਦਰੀ ਗ੍ਰਹਿ ਮੰਤਰੀ ਨੇ ਜੋ ਕੁਝ ਕੀਤਾ ਹੈ, ਇਹ ਬਹੁਤ ਕਾਹਲ 'ਚ ਪੁੱਟਿਆ ਹੋਇਆ ਕਦਮ ਲੱਗਦਾ ਹੈ। ਇਹਦੇ ਨਾਲ ਚੰਗਾ ਹੁੰਦਾ ਕਿ ਪਾਰਦਰਸ਼ਤਾ ਨਾਲ ਸਟੇਟ ਦੀ ਸਰਕਾਰ ਨਾਲ ਸਲਾਹ ਕਰਕੇ, ਵਿਰੋਧੀ ਪਾਰਟੀਆਂ ਨਾਲ ਸਲਾਹ ਕਰਕੇ, ਪਾਰਲੀਮੈਂਟ ਦੇ ਵਿੱਚ ਡਿਸਕਸ ਕਰਕੇ, ਜਾਂ ਕੋਈ ਵੱਡੀ ਕਮੇਟੀ ਬਣਾ ਕੇ, ਸਮੂਹ ਪਾਰਟੀਆਂ ਦੀ ਵੱਡੀ ਕਮੇਟੀ ਬਣਾ ਕੇ ਉਹ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਂਦਾ ਤਾਂ ਬਿਹਤਰ ਹੁੰਦਾ। ਇਸ ਕਰਕੇ ਮੈਨੂੰ ਲੱਗ ਰਿਹਾ ਕਿ ਇਸ ਵਾਰ BJP ਨੇ ਕਰ ਜ਼ਰੂਰ ਲਿਆ। ਦੂਸਰਾ, ਇਹ ਰਾਜਨੀਤਿਕ ਤੌਰ ਤੇ ਫਿਰ ਅਮਰਿੰਦਰ ਸਿੰਘ ਨਾਲ ਜੁੜ ਜਾਂਦਾ, ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਆਏ। ਧਾਰੀਵਾਲ ਸਾਹਿਬ, ਇਸ ਮਸਲੇ ਤੇ ਵੀ ਗੱਲਬਾਤ ਕਰਾਂਗੇ ਆਪਾਂ। ਹੁਣ ਸਭ ਤੋਂ ਅਹਿਮ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਹੈ, ਭਾਵੇਂ ਅੱਜ ਪੂਰੇ ਦੇਸ਼ 'ਚ ਫੈਲ ਚੁੱਕਿਆ। ਹੁਣ ਸੋਸ਼ਲ ਮੀਡੀਆ ਉੱਤੇ ਲੋਕ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਕਿਸਾਨੀ ਅੰਦੋਲਨ ਨਾਲ ਵੀ ਜੋੜ ਕੇ ਦੇਖਦੇ ਨੇ।
ਤੁਹਾਡਾ ਤਜਰਬਾ ਕੀ ਕਹਿੰਦਾ, ਕਿਸਾਨੀ ਅੰਦੋਲਨ ਦੇ ਨਾਲ ਕਿੱਥੋਂ ਤੱਕ ਇਹ ਅਟੈਚ ਹੈ ਮਾਮਲਾ, ਤੇ ਕਿੱਥੋਂ ਤੱਕ ਪ੍ਰਭਾਵ ਪਾ ਸਕਦਾ ਕਿਸਾਨੀ ਅੰਦੋਲਨ ਤੇ? ਕਿਸਾਨੀ ਅੰਦੋਲਨ ਨਾਲ ਇਹ ਇਸ ਤਰ੍ਹਾਂ ਅਟੈਚ ਹੈ, ਜਦੋਂ ਇੰਨੇ ਕਿਲੋਮੀਟਰ ਏਰੀਆ, ਅਖਬਾਰਾਂ 'ਚ ਇਹ ਆਇਆ ਅੱਜ ਦੇ ਅੱਜ ਤਾਂ ਵੀ ਲਗਭਗ ਅੱਧਾ ਪੰਜਾਬ ਚਲਾ ਜਾਏਗਾ। ਜੇ ਅੱਧਾ ਪੰਜਾਬ ਚਲਾ ਜਾਏਗਾ ਤਾਂ ਅੱਧੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਇੱਕਦਮ ਸਹਿਮ ਡਰ ਹੋਏਗਾ ਕਿ ਜਾਣ ਬੁੱਝ ਕੇ ਤੇ ਨਹੀਂ ਤੰਗ ਕੀਤਾ ਜਾਏਗਾ। ਕਿ ਉੱਥੋਂ ਜੇ ਕਿਸਾਨ ਅੰਦੋਲਨ 'ਚ ਜਾਂਦੇ ਨੇ, ਮੰਨ ਲਓ ਉੱਥੇ ਇੱਕ ਵਿਅਕਤੀ ਫੜਿਆ ਜਾਂਦਾ ਕੋਈ, ਉਹਨੂੰ ਕਿਸਾਨਾਂ ਨਾਲ ਜੋੜ ਕੇ ਕਿ ਇੱਥੋਂ ਕੌਣ ਅੰਦੋਲਨ 'ਚ ਜਾਂਦਾ, ਉਹਦਾ ਇਹਦੇ ਨਾਲ ਕੀ ਲਿੰਕ ਹੈ, ਇਹ ਇੱਕ ਖਦਸ਼ਾ, ਇੱਕ ਡਰ ਬਣਿਆ ਰਹੇਗਾ ਕਿ ਜਾਣ ਬੁੱਝ ਕੇ ਕਿਸਾਨੀ ਅੰਦੋਲਨ ਦੇ ਵਿੱਚ ਦਹਿਸ਼ਤ ਫੈਲਾਈ ਜਾਵੇ। ਤੇ ਉਹਦੇ ਵਿੱਚ ਇਹ ਹੈ ਕਿ ਜੇ ਕੋਈ ਫੜਿਆ ਵੀ ਜਾਂਦਾ ਹੈ ਤਾਂ ਉਹਨੂੰ ਇਹ ਲੱਗਿਆ ਜਾਊਗਾ, ਔਰ ਇਹ ਨਕਸ਼ਾ ਬਣੇਗਾ, ਇਹ ਪਰਸੈਪਸ਼ਨ ਬਣੇਗੀ ਕਿ ਜਾਣ ਬੁੱਝ ਕੇ ਕਿਸਾਨਾਂ ਨੂੰ ਫਸਾਉਣ ਲਈ ਇੱਕ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਜਿਹਦੇ ਨਾਲ ਦਹਿਸ਼ਤ ਹੋਵੇ। ਤੇ ਦੂਸਰਾ ਇਹ ਹੈ ਵੀ ਜਿਹੜੀਆਂ ਹੋਰ ਸਟੇਟਾਂ ਨੇ, ਜਿਵੇਂ ਰਾਜਸਥਾਨ ਦਾ ਬਾਰਡਰ ਨੇੜੇ ਲੱਗਦਾ ਹੈ, ਗੁਜਰਾਤ ਦਾ ਬਾਰਡਰ ਨੇੜੇ ਲੱਗਦਾ ਹੈ, ਉੱਥੇ ਕੋਈ ਬਹੁਤ ਜ਼ਿਆਦਾ ਫਸਲ ਨਹੀਂ ਹੈਗੀ, ਉਹ ਜ਼ਮੀਨ ਕੋਈ ਬਹੁਤ ਜ਼ਿਆਦਾ ਉਪਜਾਊ ਨਹੀਂ ਹੈਗੀ, ਜਿਹਦੇ ਕਰਕੇ ਉੱਥੇ ਕਿਸਾਨ ਸਿੱਧੇ ਇਨਵੋਲਵ ਹੋਣ। ਪਰ ਇੱਥੇ ਕਿਸਾਨ ਸਿੱਧੇ ਤੌਰ ਤੇ ਇਨਵੋਲਵ ਨੇ ਉਸ ਜ਼ਮੀਨ ਤੇ, ਉਹ ਰੋਜ਼ਾਨਾ ਖੇਤੀ ਕਰਦੇ ਨੇ, ਤੇ ਉਹਨਾਂ ਦੇ ਵਿੱਚ ਜਦੋਂ ਦਖਲ ਵਧੇਗਾ, ਦਖਲ ਵੱਧ ਕੇ ਹੋ ਸਕਦਾ ਹੈ ਇਹਨੂੰ ਇਹ ਇਦਾਂ ਵੀ ਜੋੜਿਆ ਜਾਏਗਾ ਕਿ BSF ਵੱਲੋਂ ਪੂਰੀ ਸੂਚੀ ਸੈਂਟਰ ਸਰਕਾਰ ਨੂੰ ਦਿੱਤੀ ਜਾਏਗੀ ਕਿ ਇੱਥੋਂ ਕੌਣ ਕੌਣ ਕਿਸਾਨ ਜਾਂਦੇ ਨੇ, ਕਿਸ ਕਿਸਮ ਨਾਲ ਜਾਂਦੇ ਨੇ, ਉਹਨਾਂ ਨੂੰ ਰੋਕਿਆ ਜਾਵੇ, ਨਾ ਰੋਕਿਆ ਜਾਵੇ। ਪਰੰਤੂ ਮੈਨੂੰ ਇਹ ਲੱਗਦਾ ਵੀ ਇਹ 2 ਮਹੀਨਿਆਂ ਵਿੱਚ ਰੋਕ ਰਕਾਈ ਵਾਲੀ ਗੱਲ ਤਾਂ ਘੱਟ ਹੋਏਗੀ, ਦਹਿਸ਼ਤ ਜ਼ਿਆਦਾ ਹੋਏਗੀ, ਜਿਹਦੇ ਵਿੱਚ ਮੈਂ ਬੜਾ ਸਾਫ਼ ਤੌਰ ਤੇ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਤਾਂ BJP ਦੇ ਇਹ ਚੀਜ਼ ਉਲਟ ਪਏਗੀ। ਕਿਉਂਕਿ ਧਾਲੀਵਾਲ ਸਾਹਿਬ, BJP ਸਰਕਾਰ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਆਹੀ ਕਹਿੰਦੇ ਨੇ ਕਿ ਨੈਕਸਲਾਈਟ ਨੇ, ਮਾਓਵਾਦੀ ਨੇ, ਖਾਲਿਸਤਾਨੀ ਨੇ, ਤਾਂ ਫਿਰ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਉਸ ਗੱਲ ਦਾ ਸਹਿਮ ਤਾਂ ਹੋਊਗਾ ਨਾ। ਇੱਕ ਪਾਸੇ ਤਾਂ ਪਹਿਲਾਂ ਤੁਸੀਂ ਅੱਤਵਾਦ ਦਾ ਠੱਪਾ ਲਾ ਰਹੇ ਹੋ ਬੰਦੇ ਤੇ, ਦੂਜੇ ਪਾਸੇ ਫਿਰ BSF ਦਾ ਘੇਰਾ ਵਧਾ ਕੇ ਤੁਸੀਂ ਪੰਜਾਬ ਨੂੰ ਇੱਕ ਖੇਤਰ ਅਧੀਨ ਕਰਨਾ। ਉਹ ਠੱਪਾ ਜਿਹੜਾ ਹੈ ਲਾ ਜ਼ਰੂਰ ਰਹੇ ਨੇ, ਪਰੰਤੂ ਹੁਣ ਜਿਹੜੀ ਅਵਸਥਾ ਹੈ, ਮੈਂ ਉਹੀ ਕਹਿਣਾ ਕਿ ਸਰਕਾਰ ਨੂੰ ਇਹ ਮਹਿੰਗੀ ਪਊਗੀ। ਹੁਣ ਜਿਹੜਾ ਅੰਦੋਲਨ ਹੈ ਨਾ, ਉਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਰਿਹਾ। ਕਿਸੇ ਸਮੇਂ ਲੱਗਦਾ ਸੀ ਕਿ ਇਹ 'ਚ ਕੱਲੇ ਪੰਜਾਬ ਦੇ ਕਿਸਾਨ ਮੋਹਰੀ ਨੇ। ਹੁਣ ਇਹ ਕਹਿ ਸਕਦੇ ਹਾਂ ਆਪਾਂ ਵੀ ਕਿ ਸਟਾਰਟ ਤੇ ਜਦੋਂ ਅੰਦੋਲਨ ਸ਼ੁਰੂ ਹੋਇਆ ਉਦੋਂ ਪੰਜਾਬ ਦੇ ਕਿਸਾਨ ਮੋਹਰੀ ਰਹੇ, ਲੇਕਿਨ ਹੁਣ ਉਹਨਾਂ ਦੀ ਗਿਣਤੀ ਇੰਨੀ ਵਧੀ ਹੋਈ ਹੈ ਨਾ, ਹੁਣ ਤਾਂ ਜਦੋਂ ਬੰਦ ਆਏਗਾ, ਤੁਹਾਡੇ ਸਾਹਮਣੇ ਆ ਫੇਰ ਕਾਲ ਦਿੱਤੀ ਹੈ, ਉਹਦੇ ਵਿੱਚ ਅਸੀਂ ਦੇਖਿਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਉਹਦਾ ਅਸਰ ਹੈ। ਮਤਲਬ ਹੁਣ ਕੱਲੇ ਸਿੱਖ ਕਿਸਾਨਾਂ ਦਾ, ਉਹ ਤਾਂ ਸਿਰਫ ਅਸੀਂ ਇੱਕ ਬਾਰਡਰ ਦੀ ਗੱਲ ਕਰ ਲੈਂਦੇ ਹਾਂ ਕਿ ਇੱਕ ਬਾਰਡਰ ਤੇ ਹੈ। ਔਰ ਦੂਸਰਾ, ਉਹਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕੁਛ ਏਦਾਂ ਦੇ ਐਨਾਲਿਸਿਸ ਆ ਰਹੇ ਨੇ ਜਿਹਦੇ ਵਿੱਚ BJP ਡਰੀ ਹੈ। ਉਹਦੇ ਵਿੱਚੋਂ BJP ਤੇ ਇਹ ਦੋਸ਼ ਲੱਗਣਗੇ, ਜੇ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਧਮਾਕਾ ਹੋ ਜਾਂਦਾ ਇਸ ਤਰ੍ਹਾਂ ਦਾ, ਇਹ BJP ਤੇ ਦੋਸ਼ ਲੱਗਣਗੇ, ਭਾਵੇਂ ਉਹ ਸੱਚ ਹੋਵੇ ਭਾਵੇਂ ਝੂਠ ਹੋਵੇ, ਦੋਸ਼ ਲੱਗਣਗੇ ਵੀ ਇਹ ਜਾਣ ਕੇ ਕਰਾਇਆ ਗਿਆ। ਉਹਦਾ ਇੱਕ ਕਾਰਨ ਇਹ ਹੈ ਕਿ ਹਰਿਆਣਾ ਦੇ ਵਿੱਚ ਆ ਜਿਮਨੀ ਚੋਣ ਤੇ ਐਡਾ ਵੱਡਾ ਡਰ ਪੈਦਾ ਹੋ ਗਿਆ ਕਿ ਉਹਦੇ ਵਿੱਚ ਸੰਭਾਵਨਾ ਇਹ ਹੈ ਕਿ BJP ਨੂੰ ਬਹੁਤ ਘੱਟ ਵੋਟ ਮਿਲੇ ਸ਼ਾਇਦ। ਕਿਉਂਕਿ ਤੁਸੀਂ ਬਹੁਤ ਘੱਟ ਤੋਂ ਭਾਵ ਮੇਰਾ ਇਹ ਹੈ ਵੀ ਸ਼ਾਇਦ ਸਨਮਾਨਯੋਗ ਵੋਟ ਨਾ ਮਿਲੇ। ਮਤਲਬ ਜੇ ਦੇਖੋ ਕੰਪੀਟੀਸ਼ਨ 'ਚ ਕਿਸੇ ਨੇ ਹਾਰਨਾ, ਕਿਸੇ ਨੇ ਜਿੱਤਣਾ ਹੁੰਦਾ ਹੈ, ਜਿੱਤਣਾ ਇੱਕੋ ਨਹੀਂ ਹੁੰਦਾ ਹੈ, ਪਰ ਜੇ ਉਹ ਸਨਮਾਨਯੋਗ ਵੋਟ ਨਾ ਮਿਲੇ ਤਾਂ ਉਹਦਾ ਪ੍ਰਭਾਵ ਆਉਣ ਵਾਲੀਆਂ ਇਲੈਕਸ਼ਨਾਂ ਤੇ ਕਾਫੀ ਪਏਗਾ। ਮੈਨੂੰ ਲੱਗਦਾ ਪ੍ਰਚਾਰ ਇਹ ਬੰਦ ਕਰਤਾ ਨਾ ਕਿਸਾਨਾਂ ਨੇ ਤਾਂ ਉਹਦਾ ਜੋ ਸੀ। ਤੇ ਦੂਜਾ, BJP ਆ ਗੱਲ ਸੋਚਦੀ ਹੈ, ਧਾਲੀਵਾਲ ਸਾਹਿਬ ਤੁਸੀਂ ਸਹੀ ਕਿਹਾ ਕਿ ਸ਼ਾਇਦ ਸਾਡੇ ਨਾਲ UP 'ਚ ਵੀ ਆ ਨਾ ਹੋ ਜੇ, ਅਸੀਂ UP 'ਚ ਬੰਦੇ ਖੜਾ ਕਰਾਂਗੇ ਆਪਣੇ ਫਰਵਰੀ 'ਚ ਉਹਨਾਂ ਨੇ, ਕਿਤੇ ਉਹਨਾਂ ਦਾ ਬਾਈਕਾਟ ਨਾ ਹੋ ਜੇ। ਦੇਖੋ UP 'ਚ ਜਿਹੜਾ ਹੋਰ ਤਰ੍ਹਾਂ ਦੀ ਹੈ, UP 'ਚ ਜਿਹੜਾ 4 ਕਾਰਨਰ ਮੁਕਾਬਲਾ ਹੈ, ਉੱਥੇ BJP ਦੀ ਇਹੀ ਸਟ੍ਰੈਟਜੀ ਇੱਥੇ ਜੋ ਲੱਗ ਰਿਹਾ ਹੈ ਕਿ ਉਹ ਜਿਹੜੀ ਦੇਸ਼ ਭਗਤੀ ਵਾਲੀ, ਜਿਹੜਾ ਗੋਦੀ ਮੀਡੀਆ ਦੀ ਗੱਲ ਕਰਦੇ ਆ ਨਾ ਅੱਜ ਕੱਲ, ਤੇ ਜੋਕ ਆਉਣ ਲੱਗ ਗਏ ਕਿ ਜੇ ਮੰਨ ਲਓ ਪਾਕਿਸਤਾਨ ਦੇ ਮੁਸਲਮਾਨ ਨਾ ਹੁੰਦੇ ਫਿਰ ਗੋਦੀ ਮੀਡੀਆ ਕਿਸ ਤੇ ਡਿਸਕਸ ਕਰਦਾ। ਸੋ ਉਸ ਕਰਕੇ ਜ਼ਰੂਰ ਹੈ ਕਿ ਇਸ ਤਰ੍ਹਾਂ ਦੀ ਰਣਨੀਤੀ ਨਾਲ ਹੋ ਸਕਦਾ ਹੈ ਉਹ ਮੁੱਦਾ ਹੈ ਜਿਹੜਾ ਮੁਸਲਮਾਨ ਤੇ ਪਾਕਿਸਤਾਨ ਵਾਲਾ, ਉਹ 'ਚ ਇਹ ਜਾਨ ਪਾਉਣ ਦੀ ਕੋਸ਼ਿਸ਼ ਕਰਨ। ਫਿਰ ਮੈਂ ਤੁਹਾਨੂੰ ਕਹਿਣਾ
ਕਿ ਬੀਜੇਪੀ ਦਾ ਕੋਈ ਬਹੁਤ ਵੱਡਾ ਏਜੰਡਾ ਨਹੀਂ ਹੈ ਕਿ ਅਸੀਂ ਪੰਜਾਬ 'ਚ ਸਰਕਾਰ ਬਣਾਉਣੀ ਹੈ, ਪਰ ਬੀਜੇਪੀ ਨੂੰ ਜਿਹੜੇ ਹੋਰ ਸੂਬੇ ਨੇ ਉੱਤਰਾਖੰਡ ਤੇ ਯੂਪੀ, ਉਹ ਜਦੋਂ ਹੱਥੋਂ ਖਿਸਕਦੇ ਦਿਸਦੇ ਨੇ ਉਦੋਂ ਬੀਜੇਪੀ ਨੂੰ ਜ਼ਰੂਰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ, ਉਦੋਂ ਬੀਜੇਪੀ ਦੇ ਅੰਦਰ ਇੱਕ ਵਿਸ਼ੇਸ਼ ਘਬਰਾਹਟ ਪੈਦਾ ਹੁੰਦੀ ਹੈ। ਅੱਜ ਦੀ ਘੜੀ ਇਹ ਲੱਗ ਜ਼ਰੂਰ ਰਿਹਾ ਕਿ ਸ਼ਾਇਦ ਇਹ ਉਸ ਘਬਰਾਹਟ ਦਾ ਨਤੀਜਾ ਹੈ ਜਿਹਦੇ ਕਰਕੇ ਜੇਕਰ ਇਹ ਫੈਸਲਾ ਲੈਣਾ ਸੀ ਚੰਗਾ ਹੁੰਦਾ ਬੀਜੇਪੀ ਪਾਰਦਰਸ਼ਿਤ ਤਰੀਕੇ ਨਾਲ ਲੈਂਦੀ, ਦੂਜੀਆਂ ਪਾਰਟੀਆਂ ਨੂੰ ਆਪਣੇ ਭਰੋਸੇ 'ਚ ਲੈ ਕੇ, ਪੰਜਾਬ ਦੀ ਸਰਕਾਰ ਨੂੰ, ਸਟੇਟ ਦੀ ਸਰਕਾਰ ਨੂੰ ਆਪਣੇ ਭਰੋਸੇ 'ਚ ਲੈ ਕੇ। ਹੁਣ ਜੇ ਇਸ ਤਰ੍ਹਾਂ ਇਹ ਫੈਸਲਾ ਲਿਆ ਜਾਂਦਾ ਹੈ ਫਿਰ ਇਹ ਇੱਕਦਮ ਦਿਖਾਈ ਇਹ ਦਿੰਦਾ ਹੈ ਕਿ ਇਹ ਫੈਸਲਾ ਜਿਹੜਾ ਇਹ ਆਪਣੀ ਆਰਬਿਟਰੇਰੀ ਕਹਿੰਦੇ ਆ, ਮਨਮਰਜ਼ੀ ਦਾ ਫੈਸਲਾ ਹੈ, ਮਨਮੱਤੇ ਤਰੀਕੇ ਨਾਲ ਆਪਦੇ ਕੱਲਿਆਂ ਲਿਆ ਗਿਆ ਫੈਸਲਾ ਹੈ। ਇਹਦੇ ਵਿੱਚ ਮਤਲਬ ਠੀਕ ਤਰੀਕੇ ਨਾਲ ਲਿਆ ਗਿਆ ਫੈਸਲਾ ਨਹੀਂ ਹੈ। ਧਾਲੀਵਾਲ ਸਾਹਿਬ, ਮੁੜ ਕੇ ਆਉਂਦੇ ਹਾਂ ਉਸੇ ਗੱਲ ਤੇ, ਕੇਂਦਰ ਸਰਕਾਰ ਦੇ ਫੈਸਲੇ ਤੇ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਸੂਬੇ ਦੀ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਤੇ ਲੱਗੀ ਹੋਈ ਹੈ। ਅੱਜ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ, ਇਹ ਉਸ ਤੋਂ ਬਾਅਦ ਤੁਸੀਂ ਦੇਖੋ ਕਿ 2 ਦਿਨ ਹੋ ਗਏ ਇਸ ਗੱਲ ਨੂੰ ਫੈਸਲਾ ਲਏ ਹੋਏ ਨੂੰ, ਤਾਂ ਕਾਂਗਰਸ ਸਰਕਾਰ ਤੇ ਸੈਂਟਰ ਸਰਕਾਰ ਆਮੋ ਸਾਹਮਣੇ ਨੇ। ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਕਾਂਗਰਸ ਸਰਕਾਰ ਆ ਗੱਲ ਕਹਿੰਦੀ ਹੈ ਕਿ ਸੂਬੇ ਦੇ ਵੱਧ ਅਧਿਕਾਰਾਂ ਤੇ ਡਾਕਾ ਮਾਰ ਰਹੀ ਹੈ ਕੇਂਦਰ ਸਰਕਾਰ। ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਸਰਕਾਰ ਦਾ ਜੋ ਇਹ ਸਟੈਪ ਹੈ, ਜੋ ਇਹ ਪੜਾਅ ਹੈ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਨਾ, ਕਾਂਗਰਸ ਸਰਕਾਰ ਲਈ ਕਿੱਥੋਂ ਤੱਕ ਫਿੱਟ ਬੈਠਦਾ? ਕਿਉਂਕਿ ਕੇਂਦਰ ਸਰਕਾਰ ਦੇ ਉੱਤੇ ਵੀ ਤਾਂ ਕਾਂਗਰਸ ਸਰਕਾਰ ਦੇ ਉੱਤੇ ਵੀ ਤਾਂ ਹਾਈ ਕਮਾਂਡ ਹੈ। ਦੇਖੋ, ਹਾਈ ਕਮਾਂਡ ਤੋਂ ਬਿਨਾਂ ਨਾ ਜਿਹੜੀ ਕਾਂਗਰਸ ਸਰਕਾਰ ਦੀ ਪਿਛਲੇ ਸਮੇਂ 'ਚ ਨੀਤੀ ਰਹੀ ਹੈ ਉਹ ਵੀ ਕੇਂਦਰੀਕਰਨ ਦੀ ਰਹੀ ਹੈ। ਜਿਹੜੀਆਂ ਸਟੇਟਾਂ 'ਚ ਕੋਈ ਹੋਰ ਪਾਰਟੀਆਂ ਰਹੀਆਂ ਨੇ ਉਹ 'ਚ ਕਾਂਗਰਸ ਦੱਬੀ ਸੁਰ 'ਚ ਤਾਂ ਮਾੜਾ ਮੋਟਾ ਕਹਿੰਦੀ ਰਹੀ ਹੈ, ਪਰੰਤੂ ਹੁਣ ਕਾਂਗਰਸ ਇੰਨੀ ਥੱਲੇ ਆ ਗਈ, ਉਹ 'ਚੋਂ ਇਹ ਲੱਗ ਰਿਹਾ ਹੈ ਕਿ ਕਾਂਗਰਸ ਦੀ ਕੋਈ ਵੀ ਸਰਕਾਰ ਜੇ ਬਣਦੀ ਹੈ, ਬੀਜੇਪੀ ਦਾ ਜੇ ਕੋਈ ਬਦਲ ਬਣਦਾ ਹੈ ਜਿਹ 'ਚ ਕਾਂਗਰਸ ਆਪਣਾ ਰੋਲ ਨਿਭਾਏਗੀ, ਉਹ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਯੋਗਦਾਨ ਤੋਂ ਬਿਨਾਂ ਅੱਜ ਦੀ ਘੜੀ ਕਾਂਗਰਸ ਦੀ ਕੋਈ ਪੋਜੀਸ਼ਨ ਨਹੀਂ ਹੈ। ਉਸ ਕਰਕੇ ਇਹਦਾ ਇੱਕ ਫਾਇਦਾ ਹੋ ਸਕਦਾ ਹੈ ਜਦੋਂ ਕਾਂਗਰਸ ਅੱਗੇ ਵੱਧ ਕੇ ਇਹ ਨਾਰਾ ਦਿੰਦੀ ਹੈ ਕਿ ਇਹ ਰਾਜਾਂ ਦੇ ਵਿੱਚ ਦਖਲ ਹੈ, ਤਾਂ ਉਹਦੇ ਨਾਲ ਜਿਹੜੀਆਂ ਦੂਜੀਆਂ ਖੇਤਰੀ ਪਾਰਟੀਆਂ ਨੇ ਵੱਖ-ਵੱਖ ਰਾਜਾਂ 'ਚ ਆਪਰੇਟ ਕਰਦੀਆਂ ਨੇ ਉਹਨਾਂ ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਥੋੜਾ ਜਿਹਾ ਸੁਖਾਲਾ ਲੱਗਦਾ ਹੈ। ਉਹਦੇ ਨਾਲ ਇੱਕ ਮਾਹੌਲ ਸਿਰਜਿਆ ਜਾਂਦਾ ਹੈ ਜਿਹਦੇ ਨਾਲ ਉਹ ਜ਼ਰੂਰੀ ਨਹੀਂ ਵੀ ਸਟੇਟ 'ਚ ਇਲੈਕਸ਼ਨ 'ਚ ਸਮਝੌਤਾ ਕਰਨ, ਉਹ ਪਾਰਲੀਮੈਂਟ 'ਚ ਕਾਂਗਰਸ ਨਾਲ ਰਲ ਕੇ ਚੱਲ ਸਕਦੇ ਨੇ। ਏਦਾਂ ਦਾ ਮਾਹੌਲ ਕਾਂਗਰਸ ਜ਼ਰੂਰ ਚਾਹੂਗੀ ਕਿ ਏਦਾਂ ਦਾ ਮਾਹੌਲ ਬਣੇ, ਤੇ ਬੀਜੇਪੀ ਦੇ ਹੱਥੋਂ ਇਹ ਗੱਲ ਖੁੰਝ ਗਈ ਹੈ ਕਿਉਂਕਿ ਬੀਜੇਪੀ ਨੂੰ ਆਪਣੇ ਬਲਬੂਤੇ ਤੇ ਮੈਜੋਰਿਟੀ ਮਿਲ ਗਈ, ਤੇ ਹੁਣ ਬੀਜੇਪੀ ਨੂੰ ਲੱਗ ਰਿਹਾ ਵੀ ਅੱਗੇ ਵੀ ਉਹ ਮੈਜੋਰਿਟੀ ਸ਼ਾਇਦ ਉਹਨਾਂ ਨੂੰ ਏਦਾਂ ਮਿਲਦੀ ਰਹੂਗੀ। ਜੋ ਅੱਜ ਦੇ ਸਮੇਂ 'ਚ ਕਹਿਣਾ ਖਾਸਾ ਔਖਾ ਕੰਮ ਹੈ, ਜ਼ਰੂਰੀ ਨਹੀਂ ਹੈਗਾ। ਇਹ ਯੂਪੀ ਦੀ ਇਲੈਕਸ਼ਨ ਦੱਸੇਗੀ ਸਾਰਾ ਕੁਝ ਕਿ ਉਹ ਕਿੱਧਰ ਨੂੰ ਜਾਂਦੀ ਹੈ। ਜੇਕਰ ਯੂਪੀ ਦੀ ਇਲੈਕਸ਼ਨ 'ਚ ਬੀਜੇਪੀ ਦੇ ਹੱਥੋਂ ਕਮਾਂਡ ਹਿੱਲ ਜਾਂਦੀ ਹੈ, ਸਰਕਾਰ ਹਿੱਲ ਜਾਂਦੀ ਹੈ, ਇੱਥੋਂ ਤੱਕ ਕਿ ਜੇਕਰ ਮੰਨ ਲਓ ਉਹ ਕੋਲੀਸ਼ਨ ਸਰਕਾਰ ਯੂਪੀ 'ਚ ਬਣਾ ਵੀ ਜਾਣ ਕਿਸੇ ਹੋਰ ਰਾਜਨੀਤਿਕ ਪਾਰਟੀ ਨਾਲ ਰਲ ਕੇ, ਫਿਰ ਉਹ ਗ੍ਰਿਪ ਹੈ ਜਿਹੜਾ ਉਹਨਾਂ ਨੂੰ ਢਿੱਲਾ ਛੱਡਣਾ ਪਊਗਾ, ਰਾਜਾਂ ਦੇ ਅਧਿਕਾਰਾਂ ਦੇ ਵਿੱਚ ਦਖਲ ਘਟਾਉਣੇ ਪੈਣਗੇ। ਸੋ ਕਾਂਗਰਸ ਬਾਰੇ ਮੈਂ ਇਹ ਕਲੀਅਰ ਕਹਿਣਾ ਕਿ ਇਹ ਨਹੀਂ ਹੈ ਕਿ ਕਾਂਗਰਸ ਇਸ ਗੱਲ ਦੀ ਪੱਖੀ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਆਹੀ ਮੈਂ ਗੱਲ ਕਰਨੀ ਸੀ, ਨਹੀਂ ਪੱਖੀ ਨਹੀਂ ਹੈ ਉਹ। ਹਾਂ, ਜਦੋਂ ਤੁਸੀਂ ਪਰੰਤੂ ਆਹ ਸਿਚੁਏਸ਼ਨ 'ਚ ਹੁਣ ਉਹ ਪਲਟੀ ਮਾਰ ਰਹੀ ਹੈ, ਉਹ ਖੇਤਰੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਲਈ ਇੱਕ ਮਾਹੌਲ ਸਿਰਜ ਰਹੀ ਹੈ। ਉਹ ਵੀ ਇਹ ਨਾਰਾ ਦੇ ਰਹੀ ਹੈ ਕਿ ਸਾਡੇ ਸੰਵਿਧਾਨ ਹੈ ਜਿਹੜਾ ਉਹ ਫੈਡਰਲਿਜ਼ਮ ਦਾ ਨਾਰਾ ਲਾਉਂਦਾ ਹੈ, ਜਾਂ ਫੈਡਰਲਿਜ਼ਮ ਉਹਦੇ ਵਿੱਚ ਭਰਿਆ ਪਿਆ ਹੈ। ਉਹ ਫੈਡਰਲਿਜ਼ਮ ਦਾ ਮਤਲਬ ਇਹੀ ਹੈ ਕਿ ਸਟੇਟਾਂ ਨੂੰ ਆਪਣੇ ਅਧਿਕਾਰ ਵੀ ਹੋਣ, ਇਸ ਤੋਂ ਬਿਨਾਂ ਕੇਂਦਰ ਵੀ ਮਜ਼ਬੂਤ ਹੋਵੇ। ਪਰ ਧਾਲੀਵਾਲ ਸਾਹਿਬ, ਜਦੋਂ ਕਾਂਗਰਸ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰੂਗੀ ਪੰਜਾਬ ਦੀ ਇਕਾਈ, ਤਾਂ ਜੋ ਪਿਛਲਾ ਇਤਿਹਾਸ ਹੈ ਉਹਦਾ ਕਲੀਅਰ ਕਰਨਾ ਪਊਗਾ ਨਾ। ਤੁਸੀਂ ਪੰਜਾਬ ਦਾ ਪੁਨਰਗਠਨ ਕਰਕੇ ਧਾਰਾ 78, 79, 80 ਬਣਾ ਕੇ ਪੰਜਾਬ ਦੇ ਪਾਣੀ ਲੁੱਟੇ ਨੇ ਨਾ, ਉਦੋਂ ਫਿਰ ਤੁਹਾਡਾ ਵੱਧ ਅਧਿਕਾਰਾਂ ਦਾ ਰਾਜ ਤੁਸੀਂ ਅਲਾਪ ਉਹ ਕਿੱਥੇ ਗਿਆ? ਉਹ ਗੱਲ ਤੁਹਾਡੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਇਹ ਬਿਲਕੁਲ ਸਹੀ ਹੈ। ਕਾਂਗਰਸ ਵੀ ਕੇਂਦਰੀਕਰਨ ਦੇ ਹੱਕ 'ਚ ਹੀ ਦਿਖਾਈ ਦਿੱਤੀ ਹੈ। ਪਿਛਲੇ ਜਿੰਨੇ ਉਹਨਾਂ ਦੇ ਐਕਸ਼ਨ ਨੇ ਕੀਤਾ, ਇਹਨਾਂ ਨੇ ਉਹ ਕੀਤਾ ਸਾਰਾ ਕੁਝ, ਪਰੰਤੂ ਹੁਣ ਜਦੋਂ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਰਿਹਾ, ਹੁਣ ਉਹ ਪਾਰਟੀਆਂ ਨੂੰ ਲੁਭਾਉਣ ਲਈ, ਲੋਭ ਲੁਭਾਉਣ ਲਈ, ਆਪਣੇ ਵੱਲ ਖਿੱਚਣ ਲਈ
ਉਹਨਾਂ ਕੋਲ ਵੀ ਇਹੀ ਸੋਲੂਸ਼ਨ ਹੈ ਕਿ ਹੁਣ ਆਪਾਂ ਖੇਤਰੀ ਪਾਰਟੀਆਂ ਦੇ ਬਲਬੂਤੇ ਅੱਗੇ ਵਧੀਏ। ਖੇਤੀ ਪਾਰਟੀਆਂ ਦੇ ਸਹਿਯੋਗ ਬਿਨਾਂ ਉਹ ਅੱਗੇ ਨਹੀਂ ਵਧ ਪਾਉਣਗੀਆਂ। ਇਹਦਾ ਇੱਕ ਕਾਰਨ ਮੈਨੂੰ ਇਹ ਲੱਗਦਾ ਹੈ ਕਿਉਂਕਿ ਜਿਹੜੀਆਂ ਇਟਸੈਲਫ ਖੇਤਰੀ ਪਾਰਟੀਆਂ ਨੇ ਉਹ ਆਪਣੇ ਆਪ ਕੋਈ ਫਰੰਟ ਕ੍ਰੀਏਟ ਕਰਨ 'ਚ ਹਲੇ ਕਾਮਯਾਬ ਨਹੀਂ ਹੈਗੀ। ਪਰ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕੀਤੀ ਹੈ। ਪਿੱਛੇ ਜੇ ਪ੍ਰੇਮ ਸਿੰਘ ਚੰਦੂਮਾਜਰਾ ਮਮਤਾ ਹੋਰਾਂ ਨੂੰ ਮਿਲ ਕੇ ਵੀ ਆਈ ਸੀ, ਉਹ ਜਦੋਂ ਬੀਜੇਪੀ ਤੋਂ ਅਲੱਗ ਹੋ ਗਏ ਸੀਗੇ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਸੀ ਕਿ ਅਸੀਂ ਖੇਤਰੀ ਪਾਰਟੀਆਂ ਨੂੰ ਹੁਣ ਇਕੱਠੇ ਕਰਾਂਗੇ ਤੇ ਫੈਡਰਲਿਜ਼ਮ ਦੀ ਲੜਾਈ ਲੜਾਂਗੇ। ਨਹੀਂ, ਉਹਦਾ ਇੱਕ ਕਾਰਨ, ਜਿਹੜਾ ਵੱਡਾ ਕਾਰਨ ਇਹ ਹੈ, ਉਹ ਇੱਕੋ ਹੀ ਪਾਰਟੀ ਹੈ ਆਪਣੀ ਜਿਹੜੀ ਇਸ ਤਰ੍ਹਾਂ ਦੀ ਹੈ, ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਜਿਸ ਕਿਸਮ ਨਾਲ ਲੜਾਈ ਪਿੱਛੇ ਖਿੱਚ ਕੇ ਚੱਲੀ ਹੈ, ਇੱਕ ਦੂਜੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ। ਹਾਲਾਂਕਿ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਅਛੂਤ ਕੋਈ ਨਹੀਂ ਹੁੰਦਾ, ਪਰ ਉਹਦੇ ਵਿੱਚ ਇਹ ਲੱਗ ਰਿਹਾ ਹੈ ਕਿ ਉਹਨਾਂ ਦਾ ਰਲਣਾ ਜਿਹੜਾ ਉਹ ਔਖਾ ਕੰਮ ਹੈ। ਜੇਕਰ ਅਲਾਈਅੰਸ ਹੋ ਵੀ ਜਾਂਦਾ, ਪੰਜਾਬ ਦੇ ਵਿੱਚ ਇਹ ਗੱਲ ਚੱਲੂਗੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਕਰਕੇ ਇਕੱਠੇ ਹੋ ਗਏ, ਆਪ ਦੀ ਸਰਕਾਰ ਬਣਦੀ। ਬਾਕੀ ਸਾਰੀ ਪਾਰਟੀਆਂ ਨੇ ਜਿਹੜੀਆਂ ਉਹ ਕੇਂਦਰ 'ਚ ਕੋਈ ਸਰਕਾਰ ਬਣ ਸਕਦੀ ਹੈ, ਉਹ ਉਹਦੀ ਸਪੋਰਟ ਕਰ ਸਕਦੇ ਨੇ। ਪਿਛਲਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹ ਪ੍ਰੋਬਲਮ ਹੈ ਕਿ ਬੀਜੇਪੀ ਦੇ ਉਲਟ ਜਿਹੜੀ ਵੀ ਸਰਕਾਰ ਕਾਂਗਰਸ ਦੀ ਸਪੋਰਟ ਨਾਲ ਚੱਲਦੀ ਹੈ, ਅਕਾਲੀ ਦਲ ਉਹਦਾ ਸਮਰਥਨ ਨਹੀਂ ਕਰ ਪਾਊਗਾ, ਉੱਥੇ ਫਸ ਜਾਊਗਾ ਅਕਾਲੀ ਦਲ। ਕਿਉਂਕਿ ਪੰਜਾਬ ਦੇ ਵਿੱਚ ਜੋ ਇੱਕ 84 ਵਾਲੀ ਘਟਨਾ ਨਾ, ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਜਾਊਗਾ ਦੇਖੋ ਤਾਂ ਉਹ ਤਾਂ ਫਿਰ ਸਵਾਲ ਖੜੇ ਹੋਣਗੇ। ਉਹ ਘਟਨਾ ਦੇ ਕਿਤੇ ਨਾ ਕਿਤੇ ਪਤਾ ਨਹੀਂ ਕਦੋਂ ਸੋਚਿਆ ਜਾਊਗਾ, ਸੋਚਣਾ ਤਾਂ ਪਊਗਾ। ਕਾਂਗਰਸ ਨੇ ਵੀ ਉਹਦੇ ਸੋਚਿਆ, ਮਤਲਬ ਜੇ ਆਪਾਂ ਕਹੀਏ ਕਾਂਗਰਸ ਨੇ ਨਹੀਂ ਸੋਚਿਆ, ਦੇਖੋ ਉਸ ਤੇ ਮਨਮੋਹਨ ਸਿੰਘ ਨੇ ਮਾਫੀ ਮੰਗੀ, ਸੋਨੀਆ ਗਾਂਧੀ ਨੇ ਮਾਫੀ ਮੰਗੀ, ਮਤਲਬ ਪੈਂਤੜਾ ਤਾਂ ਉਹਨਾਂ ਨੇ ਬਦਲਿਆ। ਤੇ ਜਿਸ ਕਿਸਮ ਨਾਲ ਹੁਣ ਵੀ ਜਿਹੜਾ ਇਹ ਬਣਦਾ ਦਿਸਿਆ ਸਾਨੂੰ ਮਾਮਲਾ ਕਿਤੇ ਕਿਸਾਨਾਂ ਵਾਲਾ ਵੀ, ਜਿਹੜਾ ਲਖੀਮਪੁਰ ਖੀਰੀ ਦਾ, ਉੱਥੇ ਕਾਂਗਰਸ ਨੇ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਿਆ ਤੇ ਦਿਖਾਇਆ ਕਿ ਅਸੀਂ ਸਿੱਖਾਂ ਨਾਲ ਉਹਨਾਂ ਦੇ ਹਮਦਰਦ ਆ। ਉਹ ਸਿੱਖ ਇਸ ਗੱਲ ਨੂੰ ਕਿੰਨਾ ਕੁ ਉਹਨਾਂ ਨੇ ਅਹਿਸਾਸ ਕੀਤਾ ਨਹੀਂ ਕੀਤਾ, ਇਹ ਇੱਕ ਵੱਖਰਾ ਵਿਸ਼ਾ ਹੈ। ਕਿੰਨਾ ਸਵੀਕਾਰਿਆ, ਹਾਂ, ਮੰਨ ਲਓ ਜੇ ਯੂਪੀ ਵਿੱਚ ਸਵੀਕਾਰਿਆ ਤਾਂ ਪੰਜਾਬ 'ਚ ਵੀ ਸਵੀਕਾਰਿਆ ਕਿ ਨਹੀਂ ਸਵੀਕਾਰਿਆ, ਇੱਕ ਵੱਖਰਾ ਵਿਸ਼ਾ ਹੈ। ਪਰੰਤੂ ਇਹ ਬਖਰੇਵਾ ਆਪਦੇ ਆਪ 'ਚ ਐਡਾ ਵੱਡਾ ਹੋ ਗਿਆ ਜਿਹਦੇ ਵਿੱਚ ਪਹਿਲਾਂ ਉਹਨੂੰ ਇੰਨਾ ਵੱਧ ਚੜ ਕੇ ਅਕਾਲੀ ਦਲ ਨੇ ਪ੍ਰਚਾਰਿਆ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ। ਹੁਣ ਉਹ ਦੁਸ਼ਮਣ ਜਮਾਤ ਤੋਂ ਉਹ ਜਿਹੜਾ ਬਿਆਨ ਵਾਪਸ ਲੈ ਕੇ ਕਿ ਹੁਣ ਅਸੀਂ ਕਾਂਗਰਸ ਨਾਲ ਚੱਲ ਸਕਾਂਗੇ, ਇਹ ਔਖਾ ਕੰਮ ਹੈ। ਇਹ ਬਹੁਤ ਔਖਾ ਕੰਮ ਹੈ। ਇਹੀ ਕਾਰਨ ਹੈ ਜਿਹੜਾ ਪੰਜਾਬ 'ਚ ਤੀਸਰਾ ਬਦਲ ਨਹੀਂ ਬਣ ਰਿਹਾ, ਉਹਦਾ ਵੀ ਇਹੀ ਕਾਰਨ ਹੈ। ਉਹ ਤੀਸਰਾ ਬਦਲ ਕਿਸੇ ਨਾ ਕਿਸੇ ਤਰ੍ਹਾਂ ਕਾਂਗਰਸ ਨਾਲ ਜੁੜ ਸਕਦਾ ਸੀ, ਮਤਲਬ ਜਿੱਦਾਂ ਢੀਂਡਸਾ ਸਾਹਿਬ ਨੇ ਜਾਂ ਕੋਈ ਹੋਰ ਏਦਾਂ ਦੇ ਜਿਹੜੇ ਗਰਮ ਖਿਆਲੀ ਨੇ, ਮਾਨ ਦਲ ਹੈ, ਉਹਨਾਂ ਦੀ ਵੀ ਇਹੀ ਦਿੱਕਤ ਹੈ ਕਿ ਉਹ ਨਾ ਬਾਦਲ ਦਾ ਨਾਲ ਚੱਲ ਸਕਦੇ ਨੇ, ਨਾ ਉਹ ਕਾਂਗਰਸ ਨਾਲ ਚੱਲ ਸਕਦੇ ਨੇ। ਅਲਟਰਨੇਟਿਵ ਬੀਜੇਪੀ ਸੀ, ਲੇਕਿਨ ਬੀਜੇਪੀ ਨੇ ਇਹੋ ਜਿਹੇ ਸੰਕਟ ਖੜੇ ਕਰਤੇ, ਉਹਦੇ ਨਾਲ ਸਭ ਨੂੰ ਚੱਲਣਾ ਔਖਾ ਹੋ ਗਿਆ। ਉਹਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦੋਂ ਤੱਕ ਇੱਕ ਮਸਲਾ ਹੱਲ ਨਹੀਂ ਹੁੰਦਾ। ਧਾਲੀਵਾਲ ਸਾਹਿਬ, ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਸਮਝਣੀ ਚਾਹੁੰਦਾ। ਕੈਪਟਨ ਅਮਰਿੰਦਰ ਸਿੰਘ ਭਾਵੇਂ ਹੁਣ ਕੁਰਸੀ ਤੇ ਨਹੀਂ ਨੇ, ਕੈਪਟਨ ਅਮਰਿੰਦਰ ਸਿੰਘ ਨੇ ਇਸ ਬਿਆਨ ਦਾ ਸਮਰਥਨ ਕੀਤਾ। ਦੇਖੋ, ਆਪ ਵੀ ਫੌਜ ਨਾਲ ਸੰਬੰਧਿਤ ਰਹੇ ਨੇ, ਕੈਪਟਨ ਨੇ ਉਹ, ਤੇ ਮੁੱਖ ਮੰਤਰੀ ਪੰਜਾਬ ਰਹੇ ਨੇ। ਤੇ ਨਵਜੋਤ ਸਿੰਘ ਸਿੱਧੂ ਬਾਰੇ ਇਹ ਕਹਿਣਾ ਇਹ ਤਬਾਹੀ ਨੇ, ਪਾਕਿਸਤਾਨ ਦੇ ਨਾਲ ਸੰਬੰਧ ਨੇ। ਦੇਖੋ, ਦੋ ਗੱਲਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਸੀਰੀਅਸ ਹੋ ਕੇ ਕੇਂਦਰ ਸਰਕਾਰ ਦੀ ਸਪੋਰਟ ਕਰ ਰਹੇ ਨੇ, ਜਾਂ ਫਿਰ ਕੇਂਦਰ ਸਰਕਾਰ ਦੀ ਨਿਗਾਹ ਦੇ ਵਿੱਚ ਚੰਗੇ ਬਣਨ ਲਈ, ਉਹਨਾਂ ਦੇ ਹਮਾਇਤੀ ਬਣਨ ਲਈ ਇਹ ਬਿਆਨ ਦਿੱਤਾ ਉਹਨਾਂ ਨੇ। ਦੇਖੋ, ਇਹ ਤੁਹਾਨੂੰ ਜੇ ਮੈਂ ਕਹਾਂ ਉਹਨਾਂ ਨੇ ਬਿਆਨ ਕਿਉਂ ਦਿੱਤਾ, ਕਿਵੇਂ ਦਿੱਤਾ, ਇਹ ਤਾਂ ਉਹਨਾਂ ਨੂੰ ਪਤਾ ਹੈ। ਜਿਹੜੇ ਇਹਦੇ ਅਰਥ ਕੱਢਦੇ ਆਪਾਂ, ਇਹਦੇ ਅਰਥ ਸਿੱਧੇ ਸਿੱਧੇ ਇਹ ਨਿਕਲਦੇ ਨੇ ਕਿ ਜੇਕਰ ਇਹ ਬਿਆਨ ਦੇਣ ਨਾਲ, ਇਹ ਪੈਂਤੜਾ ਲੈਣ ਨਾਲ ਆਪਾਂ ਇਹ ਸੋਚੀਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ 'ਚ ਕੋਈ ਬਹੁਤ ਸਿਆਸੀ ਜਗ੍ਹਾ ਮਿਲ ਜੂਗੀ, ਸਿਆਸੀ ਜ਼ਮੀਨ ਮਿਲ ਜੂਗੀ, ਮੇਰੀ ਸਮਝ ਮੁਤਾਬਕ ਇਹ ਗਲਤ ਹੈ। ਹਾਂ, ਫਿਰ ਵੀ ਹਰ ਇੱਕ ਪਾਰਟੀ ਨੂੰ ਇੱਕ ਸਿੱਖ ਚਿਹਰਾ, ਸਿਆਸੀ ਚਿਹਰਾ ਚਾਹੀਦਾ ਹੁੰਦਾ ਹੈ। ਬੀਜੇਪੀ ਕੋਲ ਉਹ ਸਿੱਖ ਚਿਹਰਾ ਹੈ ਜਿਹੜਾ ਉਹ ਲੈ ਦੇ ਕੇ ਪੁਰੀ ਸਾਹਿਬ ਨੇ ਇੱਕ ਮੰਤਰੀ, ਪਰ ਪੁਰੀ ਸਾਹਿਬ ਦਾ ਸਿੱਖਾਂ 'ਚ ਕੋਈ ਬਹੁਤ ਪ੍ਰਭਾਵ ਨਹੀਂ ਹੈ। ਉਹ ਵੱਡੇ ਬਿਊਰੋਕਰੇਟ ਰਹੇ ਨੇ ਜਿਹਦੇ ਕਰਕੇ ਉਹ ਚੱਲ ਰਿਹਾ, ਉਹਨਾਂ ਨਾਲ ਠੀਕ ਹੈ। ਕੋਈ ਮਾਸ ਲੀਡਰ ਵੀ, ਹੋਰ ਕੋਈ ਮਾਸ ਲੀਡਰ ਤੇ ਅਮਰਿੰਦਰ ਸਿੰਘ ਵੀ ਨਹੀਂ ਰਹਿਣਗੇ। ਮਤਲਬ ਕੋਈ ਲੀਡਰ ਇਹ ਨਹੀਂ ਵੀ ਜਿਹੜਾ ਘੱਟੋ ਘੱਟ ਲੀਡਰ ਦਿਖਾਈ ਦਿੰਦਾ ਹੋਵੇ, ਮਤਲਬ ਜਿਹਦਾ ਇਮੇਜ ਕਦੇ ਲੀਡਰ ਰਿਹਾ ਹੋਵੇ। ਸੋ ਇਸ ਕਰਕੇ ਉਹਨਾਂ ਨੂੰ ਇਹ ਸੰਕਟ ਉਹਨਾਂ ਦਾ ਜ਼ਰੂਰ ਹੈ
ਕਿ ਜੇਕਰ ਇਹ ਅਵਸਥਾ 'ਚ ਉਹਨਾਂ ਨੇ ਥੋੜਾ ਜਿਹਾ ਦਿਖਾਉਣਾ ਹੈ, ਜਿਵੇਂ ਹੁਣ ਆਪਾਂ ਕਹੀਏ ਨਾ ਵੀ ਨਕਵੀ ਤੇ ਸ਼ਾਹ ਨਵਾਜ਼ ਹੁਸੈਨ, ਦੋ ਮੁਸਲਿਮ ਚਿਹਰੇ ਤਾਂ ਹੈਗੇ ਨੇ ਨਾ ਉਹਨਾਂ ਕੋਲੇ, ਠੀਕ ਹੈ ਕਿ ਨਹੀਂ, ਫੇਸ ਤਾਂ ਹੈਗੇ ਨੇ, ਉਹਨਾਂ ਦਾ ਆਧਾਰ ਕਿੰਨਾ ਉਹ ਬਾਅਦ ਦੀ ਗੱਲ ਹੈ। ਸਿੱਖਾਂ ਲਈ ਤਾਂ ਕੋਈ ਏਦਾਂ ਦਾ ਕੋਈ ਚਿਹਰਾ ਹੀ ਨਹੀਂ ਉਹਨਾਂ ਕੋਲੇ। ਰਹਿੰਦਾ ਖੁੰਦਾ ਅਕਾਲੀ ਦਲ ਨਾਲ ਜਦੋਂ ਸਮਝੌਤਾ ਸੀ, ਉਹ ਇਹ ਕਹਿੰਦੇ ਸੀ ਕਿ ਦੇਖੋ ਵੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਅਕਾਲੀ, ਇਸ ਕਰਕੇ ਇਹ ਸਾਰਾ ਅਸੀਂ ਅਕਾਲੀਆਂ ਦੇ ਛੱਡਿਆ। ਹੁਣ ਅਕਾਲੀਆਂ ਨਾਲ ਵੀ ਬਖੇੜਾ ਪੈ ਗਿਆ। ਤੁਸੀਂ ਇੱਕ ਗੱਲ ਹੋਰ ਦੇਖਿਓ, ਉਹ ਪਿੱਛੇ ਜਿਹੀ ਦੀ ਖਬਰ ਆਈ ਸੀ ਕਿ 6 ਸਿੱਖ ਬੁੱਧੀਜੀਵੀ ਬੀਜੇਪੀ ਜੁਆਇਨ ਕਰ ਗਏ। ਉਹ 6 ਵਿਅਕਤੀਆਂ ਦਾ ਬੀਜੇਪੀ ਜੁਆਇਨ ਕਰਨਾ ਵੀ ਬੀਜੇਪੀ ਵੱਲੋਂ ਸਿੱਖ ਚਿਹਰੇ ਬਣਾ ਕੇ ਉਭਾਰਿਆ ਗਿਆ। ਨਹੀਂ ਉਹ ਮੈਂ ਇੱਥੇ ਦੇਖ ਰਿਹਾ ਨਾ, ਹੁਣ ਉਹਨਾਂ ਨੇ ਜਿਹੜੇ ਪੁਰਾਣੇ ਉਹਨਾਂ ਦੇ ਜਿਵੇਂ ਹਰਜੀਤ ਗਰੇਵਾਲ ਸੀ, ਹਰਜੀਤ ਗਰੇਵਾਲ ਦੀ ਬਹੁਤ ਆਲੋਚਨਾ ਹੋ ਗਈ, ਉਹਦੇ ਕਰਕੇ ਜੋ ਹੁਣ ਅੱਜ ਕੱਲ੍ਹ ਲੱਗ ਰਿਹਾ ਹੈ ਕਿ ਸ਼ਾਇਦ ਉਹਨੂੰ ਨਾ ਸਪੋਕਸ ਪਰਸਨ ਦੇ ਤੌਰ ਤੇ, ਸਿੱਖ ਚਿਹਰੇ ਦੇ ਤੌਰ ਤੇ ਪਿੱਛੇ ਹਟਾ ਲਿਆ। ਉਹਨਾਂ ਦੀ ਥਾਂ ਤੇ ਅੱਜ ਕੱਲ੍ਹ ਇੱਕ ਆਰਮੀ ਆਫੀਸਰ ਆ ਰਹੇ ਨੇ ਕਾਫੀ ਸਾਰੇ, ਉਹ ਬੋਲਦੇ ਨੇ, ਉਹਨਾਂ ਦਾ ਨਾਂ ਕਾਫੀ ਪ੍ਰੋਗਰਾਮਸ ਦੇ ਵਿੱਚ ਨਾ ਕੋਈ ਕਾਫੀ ਸੀਨੀਅਰ ਆਫੀਸਰ ਰਿਟਾਇਰਡ ਨੇ ਆਰਮੀ ਦੇ, ਮੈਂ ਸ਼ਾਇਦ ਕੋਈ ਅਜੇ ਵੰਸ਼ ਤੇਗ ਵੰਸ਼ ਕੋਈ ਏਦਾਂ ਜਿਆਦਾ ਨਾਂ ਹੈ, ਮੈਂ ਨਾਂ ਭੁੱਲ ਰਿਹਾ ਉਹਨਾਂ ਦਾ। ਟੀਵੀ ਤੇ ਅੱਜ ਕੱਲ੍ਹ ਉਹ ਆਉਂਦੇ ਨੇ, ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਇਸ ਕਰਕੇ ਨਾ ਇਹ ਇੱਕ ਦਿੱਕਤ ਹੈ, ਅਮਰਿੰਦਰ ਸਿੰਘ ਨੂੰ ਸਿਆਸੀ ਤੌਰ ਤੇ, ਰਾਜਨੀਤਿਕ ਤੌਰ ਤੇ ਕੇਂਦਰ ਸਰਕਾਰ 'ਚ ਕੋਈ ਫਾਇਦਾ ਮਿਲ ਸਕਦਾ ਹੈ, ਉਹਨਾਂ ਨੂੰ ਕੋਈ ਰੋਲ ਦਿੱਤਾ ਜਾ ਸਕਦਾ ਹੈ, ਕੇਂਦਰ ਸਰਕਾਰ 'ਚ ਉਹਨਾਂ ਨੂੰ ਕੋਈ ਮੰਤਰੀ ਬਣਾਇਆ ਜਾ ਸਕਦਾ ਹੈ, ਉਹਨਾਂ ਨੂੰ ਕੋਈ ਗਵਰਨਰ ਬਣਾਇਆ ਜਾ ਸਕਦਾ ਹੈ, ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ ਹੈਗੀਆਂ। ਪਰ ਜੇ ਆਪਾਂ ਕਹੀਏ ਕਿ ਉਹ ਆਪਣੀ ਜ਼ਮੀਨ, ਸਿਆਸੀ ਜ਼ਮੀਨ ਪੰਜਾਬ 'ਚ ਤਲਾਸ਼ ਲੈਣਗੇ, ਪੰਜਾਬ ਦੀ ਜਨਤਾ ਉਹਨਾਂ ਨੂੰ ਸਪੋਰਟ ਕਰ ਦੂਗੀ, ਅੱਜ ਦੀ ਘੜੀ ਇਹ ਔਖਾ ਲੱਗਦਾ। ਤੇ ਜਿਹੜਾ ਆਹ ਮਸਲਾ ਆ ਗਿਆ ਨਾ, ਇਹਦੇ ਨਾਲ ਉਹਨਾਂ ਦਾ ਜਿਹੜਾ ਆਧਾਰ ਦਾ ਪਬਲਿਕ ਦੇ ਵਿੱਚ ਹੋਰ ਗਿਰਾਵਟ ਆਏਗੀ, ਉੱਪਰ ਨੂੰ ਨਹੀਂ ਜਾਏਗਾ ਮੇਰੀ ਸਮਝ ਚ। ਕਿਉਂਕਿ ਕਿਸਾਨੀ ਅੰਦੋਲਨ ਕਰਕੇ ਕਿਤਨੇ ਲੋਕਾਂ ਨੇ ਐਕਸੈਪਟ ਨਹੀਂ ਕਰਨਾ ਹੈਗਾ। ਇਹ ਇੱਕ ਤਾਂ ਇਹ ਬੀਜੇਪੀ ਤੇ ਲੈਵਲ ਲੱਗ ਗਿਆ ਨਾ ਕਿ ਕਿਸਾਨਾਂ ਵਾਲੇ ਅੰਦੋਲਨ ਤੇ ਤਾਂ ਉਹ ਬਹੁਤ ਪਿੱਟ ਗਈ, ਉਹਨੂੰ ਤਾਂ ਉਹ ਸੁਣ ਹੀ ਨਹੀਂ ਰਹੀ, ਉਹਨਾਂ ਨਾਲ ਤਾਂ ਗੱਲ ਹੀ ਨਹੀਂ ਕਰ ਰਹੀ, ਉਹਨਾਂ ਦੇ ਨਿਪਟਾਰੇ ਦੀ ਕੋਈ ਗੱਲ ਹੀ ਨਹੀਂ ਕਰ ਰਹੀ। ਤੇ ਹੁਣ ਇਹ ਨਿਪਟਾਣਾ ਹੋਣਾ ਵੀ ਨਹੀਂ, ਮੈਨੂੰ ਨਹੀਂ ਲੱਗਦਾ। ਇਹ ਜੇ ਕਰ ਲੈਂਦੇ ਹੁਣ ਮੈਨੂੰ ਲੱਗਦਾ ਨਹੀਂ ਕਿ ਇਲੈਕਸ਼ਨ ਤੋਂ ਪਹਿਲਾਂ ਕੋਈ ਬਹੁਤ ਕਰ ਲੈਣਗੇ। ਉਹਦਾ ਕਾਰਨ ਇਹ ਹੈ, ਮੈਨੂੰ ਇਹ ਲੱਗ ਰਿਹਾ ਕਿ ਹੁਣ ਬੀਜੇਪੀ ਨੂੰ ਇਹ ਲੱਗੇਗਾ ਕਿ ਇਲੈਕਸ਼ਨ ਤੋਂ ਪਹਿਲਾਂ ਜੇ ਅਸੀਂ ਹੁਣ ਸਮਝੌਤਾ ਕਰ ਲਿਆ ਤਾਂ ਕਿਸਾਨ ਉਧਰ ਨੂੰ ਨਹੀਂ ਹੋਣਗੇ। ਬੀਜੇਪੀ ਵੱਲ ਇੰਨੀ ਪਿੰਡਾਂ 'ਚ ਜਾ ਕੇ ਨਫ਼ਰਤ ਫੈਲਾ ਲਈ ਤੇ ਉਹ ਦਿਨੋਂ ਦਿਨ ਵੱਧ ਰਹੀ ਹੈ। ਮੇਰੇ ਖਿਆਲ 30 ਤਰੀਕ ਨੂੰ ਇਲੈਕਸ਼ਨ, 30-31 ਨੂੰ ਆ ਜਿਹੜੀ ਹਰਿਆਣਾ ਦੀ ਬਾਈ ਇਲੈਕਸ਼ਨ ਹੈ, ਜੋ ਉਹ ਬਾਈ ਇਲੈਕਸ਼ਨ ਜੇ 30-31 ਨੂੰ ਹੋਈ ਤਾਂ ਹੁਣ ਇੰਨੇ ਦਿਨਾਂ 'ਚ ਕੁਝ ਹੋਣਾ ਨਹੀਂ। ਤੇ ਜੇ ਬੀਜੇਪੀ ਦੇ ਅਗੇਂਸਟ ਰਿਜ਼ਲਟ ਬਹੁਤ ਹੀ ਗੈਰ ਸਨਮਾਨਯੋਗ ਆਉਂਦਾ ਹੈ ਤਾਂ ਨੇਚਰਲੀ ਹੈ, ਫਿਰ ਇੰਨੀ ਛੇਤੀ 2-3 ਮਹੀਨਿਆਂ ਦੇ ਵਿੱਚ ਪਲਟਣਾ ਲੋਕਾਂ ਨੂੰ ਮੁਸ਼ਕਲ ਹੋ ਜਾਏਗਾ। ਹਾਂ ਬਿਲਕੁਲ, ਤੇ ਪਾਰਟੀ ਸਰਵਾਈਵ ਵੀ ਨਹੀਂ ਕਰ ਪਾਊਗੀ ਨਾ ਬੀਜੇਪੀ। ਬਸ ਇੱਕੋ ਹੀ ਰਹੇਗਾ ਕਿ ਯੂਪੀ ਦੇ ਵਿੱਚ 4 ਕੋਨਾ ਮੁਕਾਬਲੇ ਦੇ ਵਿੱਚ ਕੋਈ ਫਾਇਦਾ ਉਹਨਾਂ ਨੂੰ ਰਹਿ ਜਾਵੇ ਤਾਂ ਰਹਿ ਜਾਵੇ। ਦੂਜਾ ਮਤਲਬ ਜਿਹੜਾ ਲਖੀਮਪੁਰੀ ਖੀਰੀ ਦੀ ਜਿਹੜੀ ਘਟਨਾ ਹੋਈ ਹੈ, ਉਹਦੇ ਵਿੱਚ ਜਿਹੜੇ ਮੋਦੀ ਭਗਤ ਵੀ ਸੀ, ਮਤਲਬ ਮੈਂ ਹੈਰਾਨ ਰਹਿ ਗਿਆ। WhatsApp ਤੇ ਮੋਦੀ ਭਗਤਾਂ ਦੇ ਵੀ ਬਿਆਨ ਆਉਣ ਲੱਗ ਗਏ ਕਿ ਜੇਕਰ ਮੰਤਰੀ ਦਾ ਮੁੰਡਾ ਉੱਥੇ ਫੜਿਆ ਜਾਂਦਾ, ਉਹ ਤਾਂ ਚੰਗਾ ਰਿਹਾ, ਦੌੜ ਗਿਆ, ਜੇ ਫੜਿਆ ਜਾਂਦਾ ਉਹ ਵੀ ਕੁੱਟ ਕੇ ਮਾਰ ਦੇਣਾ ਸੀ ਪਬਲਿਕ ਨੇ, ਜਨਤਾ ਨੇ। ਇਹਦਾ ਮਤਲਬ ਦੱਬੀ ਸੁਰ 'ਚ ਇਹ ਤਾਂ ਸਾਰੀ ਜਨਤਾ ਨੇ, ਬੀਜੇਪੀ ਨੇ ਵੀ ਮੰਨ ਲਿਆ ਨਾ ਕਿ ਉੱਥੇ ਹਾਜ਼ਰ ਸੀ, ਪਰ ਸਬੂਤ ਸਾਰੇ ਆ ਗਏ ਨੇ ਉਦਾਂ ਦੇ ਕਿ ਉੱਥੇ ਉਹ ਹਾਜ਼ਰ ਸੀ। ਤੇ ਦੂਸਰਾ ਇਹ ਕਿ ਇਦਾਂ ਦੇ ਸਬੂਤ ਆ ਗਏ ਕਿ ਜਿਹੜਾ ਉਹਦਾ ਡਰਾਈਵਰ ਸੀ, ਜਿਹੜਾ ਇੱਕ ਮਰਿਆ, ਜਿਹਦੇ ਨੂੰ ਕਿਹਾ ਜਾਂਦਾ ਵੀ ਕੁੱਟ ਕੇ ਮਾਰਿਆ, ਉਹ ਤੇ ਵੀ ਇੱਕ ਏਦਾਂ ਦੇ ਐਲੀਗੇਸ਼ਨ ਆ ਰਹੇ ਨੇ ਕਿ ਉਹ ਤੁਰਿਆ ਜਾ ਰਿਹਾ ਹੈ, ਉਹ ਪੁਲਿਸ ਨੂੰ ਹੈਂਡਓਵਰ ਕਰਤਾ ਸੀ ਜਿਉਂਦਾ। ਸੋ ਉਹ ਮਸਲਾ ਬਹੁਤ ਵੱਡਾ ਬਣ ਗਿਆ, ਗਲੇ ਦੀ ਹੱਡੀ ਬਣ ਗਿਆ। ਇਹ ਮੁੱਦੇ ਨਾਲ ਇਹ ਜ਼ਰੂਰ ਹੈ ਕਿ ਇੱਕ ਹੋਰ ਵੱਡਾ ਮੁੱਦਾ ਸਾਹਮਣੇ ਖੜਾ ਹੋ ਗਿਆ ਮੀਡੀਆ ਲਈ। ਹੋ ਸਕਦਾ ਹੈ ਉਹ ਲਖੀਮਪੁਰ ਖੀਰੀ ਦੀ ਡਿਬੇਟ ਨੂੰ ਛੱਡ ਕੇ ਇਹ ਡਿਬੇਟ ਆਉਣ ਵਾਲੇ ਸਮੇਂ 'ਚ ਚਰਚਾ 'ਚ ਜ਼ਿਆਦਾ, ਕਿਉਂਕਿ ਅੱਜ ਕੱਲ੍ਹ ਪਾਰਟੀਆਂ ਦਾ ਇਹ ਬਹੁਤ ਪ੍ਰਚਲਨ ਹੈ ਬਿਲਕੁਲ ਕਿ ਇੱਕ ਮੁੱਦੇ ਨੂੰ ਉਹਦਾ ਹੱਲ ਲੱਭਣ ਦੀ ਬਜਾਏ, ਦੂਜਾ ਮੁੱਦਾ ਉਹਨੂੰ ਛੋਟਾ ਕਰਨ ਦੀ ਬਜਾਏ ਉਹ ਵੱਡਾ ਮੁੱਦਾ ਖੜਾ ਕਰ ਦੋ। ਇਹ ਉਹਨਾਂ ਦੀ ਇੱਕ ਗੱਲ ਕਹਿੰਦੇ ਨੇ ਸਵਾਮੀ ਵਿਵੇਕਾਨੰਦ ਦੀ। ਸਵਾਮੀ ਵਿਵੇਕਾਨੰਦ ਨੂੰ ਕਿਸੇ ਨੇ ਉਹ ਵਿਆਖਿਆ ਕਰਦੇ ਨੇ, ਕਿਸੇ ਨੇ ਕਿਹਾ ਜੀ ਕਿ ਪ੍ਰੋਬਲਮ, ਮੈਨੂੰ ਬੜੀ ਪ੍ਰੋਬਲਮ ਹੈ, ਇਹ ਪ੍ਰੋਬਲਮ ਦਾ ਮੈਂ ਕੀ ਹੱਲ ਲੱਭਾਂ। ਉਹਨਾਂ ਨੇ ਕਿਹਾ ਇਹ ਕਿ ਪ੍ਰੋਬਲਮ ਦਾ ਸਭ ਤੋਂ ਵਧੀਆ ਹੱਲ ਇਹ ਹੈ ਕਿ ਉਸ ਤੋਂ ਬੜੀ ਪ੍ਰੋਬਲਮ ਖੜੀ ਕਰ ਲਓ, ਫਿਰ ਪਹਿਲਾਂ ਵਾਲੀ ਪ੍ਰੋਬਲਮ ਭੁੱਲ ਜਾਂਦੇ ਅਸੀਂ, ਉਹ ਤੇ ਫੋਕਸ ਹੋ ਜਾਂਦਾ। ਇਹੀ ਬੀਜੇਪੀ ਦਾ ਪੈਂਤੜਾ ਹੈ, ਇਹੀ ਉਹਨਾਂ ਦਾ ਪੈਟਰਨ ਹੈ ਕਿ ਆ ਮਹਿੰਗਾਈ, ਤੇਲ ਦੀਆਂ ਕੀਮਤਾਂ,
ਹੋਰ ਸਾਰੀਆਂ ਬੇਰੁਜ਼ਗਾਰੀ, ਕਿ ਇਹਦੀ ਬਜਾਏ ਰਾਸ਼ਟਰਵਾਦ ਦੀ ਸਮੱਸਿਆ ਵੱਡਾ ਦਿਓ ਦੇ ਤੌਰ ਤੇ ਪੇਸ਼ ਕਰੋ, ਫਿਰ ਲੋਕੀ ਇਹ ਗੱਲਾਂ ਨੂੰ ਵੀ ਤੁਸੀਂ ਬੇਰੁਜ਼ਗਾਰੀ ਨੂੰ, ਪੈਸੇ ਨੂੰ ਕੀ ਕਰੋਗੇ। ਆ ਜਿਹੜਾ ਪੈਂਤੜ ਹੈ ਇਹ ਮੈਂ ਇਹਨੂੰ ਉਹਦੇ ਨਾਲ ਜੋੜਦਾ, ਪਰ ਇਹ ਐਦਾਂ ਨਹੀਂ ਜੁੜਨਾ ਜੇ ਕੋਈ ਘਟਨਾ ਵੱਡੀ ਰੱਬ ਨਾ ਕਰੇ ਹੋ ਜਾਂਦੀ ਹੈ, ਮੇਰੇ ਖਿਆਲ ਮੁਤਾਬਕ ਇਸ ਵਾਰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ, ਕਿਉਂਕਿ ਸ਼ੰਕੇ ਪਹਿਲਾਂ ਹੀ ਆ ਗਏ ਵੀ ਇਹ ਇਸ ਤਰ੍ਹਾਂ ਦਾ ਪੈਂਤੜਾ ਖੇਡ ਸਕਦੇ ਆ। ਬਿਲਕੁਲ ਸਹੀ ਗੱਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਤੁਹਾਡਾ ਧੰਨਵਾਦ। ਮਿਹਰਬਾਨੀ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ, ਜੋ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹ ਫੈਸਲਾ ਲਿਆ ਗਿਆ। ਤੁਸੀਂ ਇਹਦਾ ਪਿਛੋਕੜ ਸਮਝਿਆ, ਪ੍ਰਭਾਵ ਕੀ ਪੈਣਗੇ, ਵਰਤਮਾਨ ਦੇ ਵਿੱਚ ਇਹਦੀ ਸਥਿਤੀ ਕੀ ਹੋਗੀ, ਬੜੇ ਬਾਖੂਬੀ ਤਰੀਕੇ ਨਾਲ ਤੁਸੀਂ ਇਹ ਸਮਝਿਆ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।